now invite my 63-kilogram men left arm category. Please come in and then call your name. On third position, Oscar Ali. Second position, Manoj Devnath. And our winner, Mr. Rakesh. ਮਿਹਨਤ ਬਹੁਤ ਕਰਨੀ ਪਈ ਕਿਉਂਕਿ ਘਰ ਦੇ ਵਿੱਚ ਗਰੀਬੀ ਹੋਣ ਦੇ ਕਾਰਨ ਮੈਂ ਡਾਈਟ ਨਹੀਂ ਪ੍ਰੋਵਾਈਡ ਕਰ ਸਕਦੀ ਸੀ ਕਿਉਂਕਿ ਵੇਟ ਲਿਫਟਿੰਗ ਬਹੁਤ ਪਾਵਰਫੁਲ ਗੇਮ ਆ ਉਹਦੇ ਵਿੱਚ ਲੋਕਾਂ ਦੇ ਘਰਾਂ ਦੇ ਕੰਮ ਵੀ ਕਰਨੇ ਪਏ ਹਮਦਰਦਾ ਨਹੀਂ ਹਮਦਰਦੀ ਜਤਾਈ ਵੀ ਤੁਹਾਨੂੰ ਅਸੀਂ ਨੌਕਰੀ ਦੇਵਾਂਗੇ ਸਾਨੂੰ ਰੋਟੀ ਦੀ ਭੁੱਖ ਉਹਨਾਂ ਨੂੰ ਇੱਜ਼ਤ ਦੀ ਭੁੱਖ ਇਹ ਕੋਈ ਸਰਕਾਰੀ ਪ੍ਰਾਪਰਟੀ ਨਹੀਂ ਜਿਹੜਾ ਮਰਜ਼ੀ ਛੂ ਕੇ ਚੱਲ ਜਾਵੇ ਸਰਕਾਰੀ ਪ੍ਰਾਪਰਟੀ ਨਹੀਂ ਹੈ ਤੁਸੀਂ ਆਪਣੇ ਆਪ ਨੂੰ ਸੰਭੋ ਮੈਂ ਹੁਣ ਪੁਲਿਸ 'ਚ ਨੌਕਰੀ ਕਰ ਰਹੀ ਹਾਂ ਤੇ ਮੈਨੂੰ ਬਹੁਤ ਲੋਕ ਮਿਲਦੇ ਦਰ ਪਰ ਮੈਂ ਪਰਵਾਹ ਨਹੀਂ ਕਰਦੀ ਕਿਸੇ ਦੀ कोई आंसर से टच करे मैं भाई सर ये प्रॉपर्टी सरकारी नहीं है ये मेरी खुद की प्रॉपर्टी है मोबाइल आ गए लड़कियां वो टिकटॉक के पता नहीं किहड़ी बीमारी चली है वो टिकटॉक बना रही ने टिकटॉक ने साथ नहीं देना तुहाडा कल नूं तुहाडे नाल खुदा ना खास्ता कोई इस तरह का कांड हुंदा है तुसीं अपने आप नूं बचाउण वास्ते तो तुसीं कुछ करो ਜੇ ਤੁਸੀਂ ਮੁੜ ਕੇ ਕੈਂਡਲ ਤੁਸੀਂ ਚਲਾ ਰਹੇ ਹੋ ਕੈਂਡਲ ਮਾਰਚ ਕੱਢ ਰਹੇ ਹੋ ਤੇ ਬੱਚਿਆਂ ਨੂੰ ਤੁਸੀਂ ਸੈਲਫ ਡਿਪੈਂਡ ਕਿਉਂ ਨਹੀਂ ਬਣਾ ਰਹੇ ਮੰਨ ਲਓ ਮੇਰੇ ਭਰਾ ਆ ਮੇਰਾ ਬ੍ਰਦਰ ਆ ਮੈਨੂੰ ਕਹਿ ਰਿਹਾ ਵੀ ਸੀਮਾ ਦੀਦੀ ਤੁਸੀਂ 6 ਵਜੇ ਤੋਂ ਬਾਹਰ ਨਹੀਂ ਨਿਕਲਣਾ ਖੁਦ ਤੋਂ ਦੂਸਰੀ ਕੁੜੀ ਨੂੰ ਛੇੜ ਰਿਹਾ ਹੈ ਇਹ ਕਿੱਥੇ ਤੱਕ ਠੀਕ ਹੈ ਤੁਸੀਂ ਪਹਿਲਾਂ ਆਪਣੇ ਕੁੜੀਆਂ ਨੂੰ ਮਨਾ ਕਰਨ ਤੋਂ ਪਹਿਲਾਂ ਆਪਣੇ ਮੁੰਡਿਆਂ ਨੂੰ ਸੁਧਾਰੋ ਇੱਕ ਮੁਲਾਕਾਤ ਹੋਈ ਸੀ ਪੰਜਾਬ ਪੁਲਿਸ ਦੀਆਂ ਮੁਲਾਜ਼ਮਾਂ ਸਾਨੂੰ ਔਰਤਾਂ ਖੜੀਆਂ ਹੋਈਆਂ ਸੀ ਕਿਤੇ ਤਾਂ ਵੈਸੇ ਗੱਲਬਾਤ ਸ਼ੁਰੂ ਹੋ ਗਈ ਤਾਂ ਕਹਿੰਦੇ ਕਿ ਇਹ ਵਹਿਮ ਹੈ ਤੁਹਾਡਾ ਕਿ ਜੇ ਅਸੀਂ ਖਾਕੀ ਵਰਦੀ ਪਾਈਏ ਤੇ ਅਸੀਂ ਸੁਰੱਖਿਅਤ ਹਾਂ ਸਾਡੇ ਨਾਲ ਵੀ ਉਹ ਸਭ ਕੁਝ ਹੁੰਦਾ ਜਿਹੜਾ ਆਮ ਕੁੜੀਆਂ ਦੇ ਨਾਲ ਹੁੰਦਾ ਜੀ ਬਿਲਕੁਲ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਦੇਖੋ ਜੀ ਮੇਰਾ 25 ਸਾਲ ਮੈਨੂੰ ਨੌਕਰੀ ਹੋ ਗਈ ਪੁਲਿਸ 'ਚ ਕਰਦੇ ਨੂੰ ਗੇਮ ਦੇ ਵਿੱਚ ਵੀ ਮੈਂ ਕਾਫੀ ਸਾਲ ਰਹੀ ਹਾਂ ਤੇ ਬਿਲਕੁਲ ਸੱਚ ਹੈ ਇਹ ਗੱਲ ਇਹਨਾਂ ਨੂੰ ਹੈ ਹੀ ਨਹੀਂ ਹੈ ਸ਼ਰੇਆਮ ਗਾਲੀ ਕੱਢਣੀ ਸ਼ਰੇਆਮ ਆਪਣੇ ਪਾਰਟਸ ਨੂੰ ਇਸ ਤਰ੍ਹਾਂ ਹੱਥ ਲਾਉਣਾ ਵੀ ਅਗਲਾ ਸ਼ਰਮਿੰਦਾ ਹੋ ਜਾਵੇ ਹੈ ਨਾ ਇਹ ਚੀਜ਼ਾਂ ਸ਼ੋਭਾ ਨਹੀਂ ਦਿੰਦੀ ਮੈਂ ਤਾਂ ਡਰ ਦਿੰਦੀ ਹੈ मैं तो डांटती नहीं चीज़ भाई साहब थोड़ा सा साइड पे होके खुजलाओ ऐसे मत खुजलाओ सबके सामने कि हमारे को शर्म आ जाए औरत संसार रूपी बाग दा सब तो खूबसूरत फल है जे औरत ना हुंदी तां इह संसार इन्ना खूबसूरत नहीं सी होना औरत ही है जो इंसान नूं मनुखी रूप दिंदी है ते उस तो बाद मां भैण धी अते पत्नी दे रूप विच अपनी जिंदगी दा पल पल कुर्बान कर दिंदी है पर एक सवाल इत्थे भी खड़ा हुंदा है कि औरत नूं इज्जत औरत नूं सन्मान देण दे लई साल दा एक दिन ही क्यों ਅਸੀਂ सब जानते हैं कि हर साल की तरह इस साल भी विमेंस डे मनाया जाएगा इस साल 8 मार्च ਨੂੰ देश ਅਤੇ दुनिया ਦੇ ਵਿੱਚ विमेंस डे मना के ਜਿਹੜਾ ਹੈ ਔਰਤ ਨੂੰ ਸਨਮਾਨ ਦੇਣ ਦੀ ਗੱਲ ਆਖੀ ਜਾਵੇਗੀ ਇੱਜ਼ਤ ਦੇਣ ਦੀ ਗੱਲ ਆਖੀ ਜਾਏਗੀ ਪਰ ਸੰਸਾਰ ਦੇ ਉਹਨਾਂ तमाम ਹਿੱਸਿਆਂ ਦੇ ਵਿੱਚ ਉਹਨਾਂ तमाम ਜਗ੍ਹਾਵਾਂ ਤੇ ਸਵਾਲ ਕਿਉਂ ਨਹੀਂ ਪੁੱਛਿਆ ਜਾਂਦਾ ਕਿ ਕੇਵਲ ਇੱਕ ਦਿਨ ਹੀ ਕਿਉਂ 364 दिन कि औरत वो इज्जत वो मान सम्मान डिजर्व नहीं करती इन्हां तमाम सवालों के जवाब लवांगे पर उस तो पहला मैं तुहानूं दस देवां कि अज डेली पोस्ट पंजाबी के प्लेटफॉर्म राही तुहानूं एक बड़ी ही खास शख्सियत के नाल मिलवाउण जा रहे हैं स्ट्रोंग वूमेन देश की स्ट्रोंग वूमेन सीमा थापर इन्हां दी अचीवमेंट्स की जे गल कीती जावे इन्हां दे तगमिਆਂ की गिणती की गल कीती जावे तां शायद वो लिस्ट बड़ी लंबी है गिणती इस वेले असी नहीं कर सकांगे तां गलबात इन्हां नाल ही करांगे कदों शुरुआत हुंदी है आर्म रैसलिंग बॉक्सिंग किक बॉक्सिंग इन्हां तमाम मैनूं लगदा है जो इन्हां ने हासिल कीता है रैसलिंग के थ्रू या किक बॉक्सिंग के थ्रू उन्हां तमाम तगमिਆਂ ਦਾ ਅੱਜ ਜ਼ਿਕਰ ਕਰਾਂਗੇ ਸਵਾਗਤ ਕਰ ਲੈਣੇ ਆ ਸੀਮਾ ਥਾਪਰ ਜੀ ਦਾ ਡੇਲੀ ਪੋਸਟ ਪੰਜਾਬ ਨਮਸਕਾਰ ਜੀ ਸਾਰੇ ਸਰੋਤਿਆਂ ਨੂੰ ਨਮਸਕਾਰ ਸਟਰੋਂਗ ਵੂਮਨ ਆਫ ਇੰਡੀਆ ਇਹ ਖਿਤਾਬ ਤੁਹਾਡੇ ਜਿਹੜਾ ਤੁਹਾਨੂੰ ਮਿਲਿਆ ਹੋਇਆ ਹੈ ਇਹ ਖਿਤਾਬ ਕਿਸ ਤਰ੍ਹਾਂ ਮਿਲਿਆ ਕਿਤਾਬ ਮਿਲਣ ਵਾਸਤੇ ਜੀ ਬੜੀ ਲੰਬੀ ਕਹਾਣੀ ਹੈ ਜੇ ਤੁਸੀਂ ਸੁਣਨਾ ਚਾਹੋਗੇ ਤਾਂ ਮੈਂ ਜ਼ਰੂਰ ਸੁਣਾਵਾਂ ਬਿਲਕੁਲ ਅੱਜ ਇਸੇ ਕਰਕੇ ਆਏ ਹਾਂ ਹਾਂ ਜੀ ਬਿਲਕੁਲ
ਬਚਪਨ ਤੋਂ ਹੀ ਸ਼ੌਂਕ ਸੀਗਾ ਜੀ ਗੇਮ ਦਾ। ਫਾਦਰ ਸਾਹਿਬ ਵਾਲੀਬਾਲ ਦੇ ਪਲੇਅਰ ਸੀਗੇ ਅਤੇ ਉਹਨਾਂ ਨੇ ਗਰਾਊਂਡ ਦੇ ਵਿੱਚ ਉਹਨਾਂ ਨੇ ਸਾਨੂੰ ਲੈ ਕੇ ਗਏ ਅਤੇ ਜਿਹੜਾ ਉਹ ਆਪਣੇ ਆਪ 'ਤੇ ਸ਼ੌਂਕ ਨਹੀਂ ਪੂਰਾ ਕਰ ਪਏ ਕਿਉਂਕਿ ਘਰ 'ਚ ਗਰੀਬੀ ਸੀ ਉਸ ਟਾਈਮ, ਮਾਹੌਲ ਵੀ ਨਹੀਂ ਸੀ ਇਸ ਤਰ੍ਹਾਂ ਦਾ। ਅਤੇ ਉਹਨਾਂ ਨੇ ਗਰਾਊਂਡ ਟੱਚ ਕਰਾਈ ਮੈਨੂੰ। ਤਾਂ ਗੁੱਡੀਆਂ ਦੇ ਨਾਲ ਖੇਲਣ ਦਾ ਮੈਨੂੰ ਪਤਾ ਨਹੀਂ ਵੀ ਕਿਸ ਤਰ੍ਹਾਂ ਖੇਲੀਦਾ ਹੈ। ਹਾਂਜੀ, ਅਤੇ ਹੌਲੀ ਹੌਲੀ ਕਰਦੇ ਇਸ ਮੁਕਾਮ ਤੱਕ ਪਹੁੰਚੀ ਹਾਂ, ਜਿਹਦੇ ਵਿੱਚ ਮੈਂ ਪਹਿਲੇ ਐਥਲੈਟਿਕਸ ਕਰਦੀ ਰਹੀ ਹਾਂ, ਫਿਰ ਲੌਂਗ ਜੰਪ ਉਹਦੇ ਵਿੱਚ ਮੇਰਾ ਬ੍ਰੌਂਜ਼ ਮੈਡਲ ਆਇਆ। ਮੈਂ 3rd ਕਲਾਸ ਪੜ੍ਹ ਰਹੀ ਸੀ ਉਸ ਟਾਈਮ। ਹਾਂਜੀ, ਅਤੇ ਉਸ ਤੋਂ ਬਾਅਦ ਹੌਲੀ ਹੌਲੀ ਕਰਦੇ ਮੈਡਲ ਆਉਂਦੇ ਰਹੇ। ਫਿਰ ਮੈਂ 90 ਦੇ ਵਿੱਚ ਵੇਟ ਲਿਫਟਿੰਗ ਸ਼ੁਰੂ ਕੀਤੀ। ਮੇਰਾ ਬੇਸ ਜਿੱਥੋਂ ਬਣਿਆ 90 ਦੇ ਵਿੱਚ ਵੇਟ ਲਿਫਟਿੰਗ ਸ਼ੁਰੂ ਕੀਤੀ ਅਤੇ ਉਹਦੇ ਵਿੱਚ ਮੇਰੇ ਮੈਡਲ ਆਉਂਦੇ ਰਹੇ। ਮੈਡਲ ਇਸ ਤਰ੍ਹਾਂ ਸੀਗਾ ਕਿ ਮਿਹਨਤ ਬਹੁਤ ਕਰਨੀ ਪਈ ਕਿਉਂਕਿ ਘਰ ਦੇ ਵਿੱਚ ਗਰੀਬੀ ਹੋਣ ਦੇ ਕਾਰਨ ਮੈਂ ਡਾਈਟ ਨਹੀਂ ਪ੍ਰੋਵਾਈਡ ਕਰ ਸਕਦੀ ਸੀ ਕਿਉਂਕਿ ਵੇਟ ਲਿਫਟਿੰਗ ਬਹੁਤ ਪਾਵਰਫੁਲ ਗੇਮ ਆ। ਉਹਦੇ ਵਿੱਚ ਲੋਕਾਂ ਦੇ ਘਰਾਂ ਦੇ ਕੰਮ ਵੀ ਕਰਨੇ ਪਏ ਜੀ। ਲੋਕਾਂ ਦੇ ਘਰਾਂ ਦੇ ਕੰਮ, ਫਾਦਰ ਸਾਹਿਬ ਦੇ ਨਾਲ ਹੈਲਪ ਕੀਤੀ, ਹਰ ਤਰ੍ਹਾਂ ਦੀ ਆਪਣੇ ਆਪ ਨੂੰ ਸਕੂਲ ਕਾਲਜ ਜਾਣ ਵਾਸਤੇ ਫੀਸ ਮੁਹੱਈਆ ਕਰਨ ਵਾਸਤੇ, ਅਤੇ ਫਾਦਰ ਸਾਹਿਬ ਦੇ ਨਾਲ ਕੰਧੇ ਨਾਲ ਕੰਧਾ ਵੀ ਮਿਲਾਉਣਾ ਪਿਆ। ਫਿਰ ਟਾਈਮ ਇਸ ਤਰ੍ਹਾਂ ਦਾ ਆਇਆ ਵੀ ਹੁਣ ਨੌਕਰੀ ਲੱਭੀ ਜਾਵੇ ਕਿਉਂਕਿ ਆਪਣੇ ਆਪ ਦੇ ਵਿੱਚ ਇੰਨੇ ਹੋ ਗਏ ਸੀਗੇ ਬਲਬੂਤੇ ਦੇ ਵੀ ਨੌਕਰੀ ਕਿੱਦਾਂ ਲੱਭੀ ਜਾਵੇ। ਨੌਕਰੀ ਜਦੋਂ ਮੈਂ 93 ਦੇ ਵਿੱਚ ਕਲਕੱਤਾ ਗਈ, ਉੱਥੇ ਮੇਰਾ ਸੀਨੀਅਰ ਨੈਸ਼ਨਲ 'ਚ ਗੋਲਡ ਮੈਡਲ ਆਇਆ। ਕੁਛ ਪੁਆਇੰਟਾਂ ਕਰਕੇ ਮੈਂ 2nd ਪੋਜੀਸ਼ਨ ਨਹੀਂ ਹਾਸਲ ਕਰ ਪਾਈ, ਜਿਹੜਾ ਮੈਨੂੰ ਹਜੇ ਤੱਕ ਦੁੱਖ ਆ। ਪਰ ਉਸ ਬ੍ਰੌਂਜ਼ ਮੈਡਲ ਨੇ ਮੇਰੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ। ਕੁਛ ਹਮਦਰਦਾਂ ਨੇ ਹਮਦਰਦੀ ਜਤਾਈ ਵੀ ਤੁਹਾਨੂੰ ਅਸੀਂ ਨੌਕਰੀ ਦੇਵਾਂਗੇ। ਸਾਨੂੰ ਰੋਟੀ ਦੀ ਭੁੱਖ, ਉਹਨਾਂ ਨੂੰ ਇੱਜ਼ਤ ਦੀ ਭੁੱਖ, ਕਿਉਂਕਿ ਇੱਜ਼ਤ ਵੇਚ ਕੇ ਸਭ ਕੁਛ ਨਹੀਂ ਮਿਲਦਾ, ਮੇਰਾ ਤਾਂ ਕਹਿਣਾ ਇਹੀ ਹੈ। ਪਰ ਉਸ ਟਾਈਮ ਬਹੁਤ ਦੁੱਖ ਝੱਲੇ, ਬਹੁਤ ਕੁਛ ਹੋਇਆ, ਸਰੀਰਕ ਸ਼ੋਸ਼ਣ, ਇਹ ਹੈ ਉਹ ਹੈ। ਘਰ ਤੱਕ ਗੱਲ ਪਹੁੰਚੀ ਅਤੇ ਘਰ ਵੀ ਦੱਸਿਆ ਗਿਆ, ਪਰ ਇਸ ਬਾਰੇ ਜ਼ਿਆਦਾ ਇਹ ਚੀਜ਼ ਉਛਲੀ ਕਿਉਂਕਿ ਇੱਕ ਤਾਂ ਗਰੀਬ ਤਬਕਾ, ਉੱਪਰੋਂ ਲੋ ਕੈਟਾਗਰੀ ਕਾਸਟ, ਇਹ ਤਮਾਸ਼ਾ ਬਣ ਜਾਣਾ ਸੀਗਾ। ਅਤੇ ਫਾਦਰ ਸਾਹਿਬ ਕਹਿੰਦੇ ਬੇਟਾ ਤੁਸੀਂ ਆਪਣੇ ਕੰਮ ਨਾਲ ਤੁਸੀਂ ਆਪਣੇ ਅੱਗੇ ਵਧੋ ਅਤੇ ਕੋਈ ਪ੍ਰੋਬਲਮ ਨਹੀਂ ਹੈ, ਤੁਸੀਂ ਇਸ ਗੱਲ ਨੂੰ ਤੁਸੀਂ ਉਹ ਨਹੀਂ ਕਰਨਾ। ਪਰ ਮੇਰੇ ਹੱਲੇ ਵੀ ਕਿਤੇ ਨਾ ਕਿਤੇ ਉਹ ਤੀਰ ਬਣ ਕੇ ਚੁੱਭ ਰਹੀ ਹੈ ਚੀਜ਼। ਆਉਣ ਵਾਲੇ ਬੱਚਿਆਂ ਨੂੰ ਮੈਂ ਇਹ ਕਹੂੰਗੀ ਵੀ ਬੇਟਾ ਤੁਸੀਂ ਸੈਲਫ ਡਿਪੈਂਡ ਬਣੋ। ਚਲੋ 96 ਦੇ ਵਿੱਚ ਆਪਣੇ ਬਲਬੂਤੇ 'ਤੇ ਭਾਰਤ ਸਰਕਾਰ ਕੇਂਦਰੀ ਵਿਦਿਆਲਿਆ 'ਚ ਮੈਂ ਨੌਕਰੀ ਲੱਗੀ ਆਪਣੇ ਬਲਬੂਤੇ 'ਤੇ। ਉਸੇ ਦੌਰਾਨ ਫਿਰ ਮੈਡਲ ਬਹੁਤ ਸਾਰੇ ਆਏ। ਆਲ ਇੰਡੀਆ ਪੁਲਿਸ ਦੇ ਵਿੱਚ ਮੇਰਾ ਸਿਲਵਰ ਮੈਡਲ ਸੀ। ਫਿਰ ਕਾਫੀ ਮੈਡਲਸ 'ਤੇ ਲੈਣ ਦੇ ਬਾਅਦ ਮੇਰਾ ਰੁਖ ਹੋ ਗਿਆ ਪੰਜਾ ਲੜਾਉਣ ਦੇ ਵਿੱਚ, ਜਿਹਨੂੰ ਆਰਮ ਰੈਸਲਿੰਗ ਕਹਿੰਦੇ ਆ। ਉਹਦੇ ਵਿੱਚ ਮੇਰਾ ਨੈਸ਼ਨ 'ਚ ਗੋਲਡ ਮੈਡਲ ਔਰ ਕਾਫੀ ਮੈਡਲ ਨੈਸ਼ਨ ਦੇ ਵਿੱਚ ਇੰਡੀਆ ਦੀ ਸਟਰੋਂਗ ਵੂਮਨ ਮੈਂ ਚੁਣੀ ਗਈ, ਜਿਹਨੂੰ ਆਇਰਨ ਲੇਡੀ ਕਿਹਾ ਜਾਂਦਾ ਹੈ। ਇੱਕ ਮਨ ਦੇ ਵਿੱਚ ਹੋਰ ਹੋ ਗਿਆ ਕਿ ਮੈਂ ਹੋਰ ਕੁਛ ਕਰਾਂ। ਇਹਦੇ ਨਾਲ ਪਦਮ ਸ਼੍ਰੀ ਕਰਤਾਰ ਸਿੰਘ ਪਹਿਲਵਾਨ ਜੀ, ਉਹਨਾਂ ਦੀ ਰਹਿਨੁਮਾਈ ਦੇ ਹੇਠ ਮੈਂ ਕੁਸ਼ਤੀ ਵੀ ਸਿੱਖੀ, ਜਿਹੜਾ ਕਿ ਮੈਂ ਜਲੰਧਰ ਦੀ ਪਹਿਲੀ ਭਾਰਤ ਕੇਸਰੀ ਚੁਣੀ ਗਈ। ਮੈਨੂੰ ਬਹੁਤ ਸ਼ੌਂਕ ਸੀ ਗੇਮ ਦਾ, ਪਰ ਉਹ ਗੱਲ ਕਿਤੇ ਨਾ ਕਿਤੇ ਮਤਲਬ ਹੋ ਰਹੀ ਸੀ, ਖੁਰਚ ਰਹੀ ਸੀ ਆਪਣੇ ਆਪ 'ਚ ਕਿ ਜਦ ਜ਼ਖਮ ਨੂੰ ਬਾਰ-ਬਾਰ ਖੁਰਚ ਰਹੇ ਆਪਾਂ ਕਿ ਮੇਰੇ ਨਾਲ ਇਸ ਤਰ੍ਹਾਂ ਕਿਉਂ ਹੋਇਆ। ਫਿਰ ਇਹ ਸਮਾਜ ਦੀ ਬੜੀ ਗੰਦੀ ਰੀਤ ਹੈ, ਜਿਹੜੇ ਕਈ ਲੋਕਾਂ ਦੀ ਨਜ਼ਰ ਹੈ ਜਾਂ ਨਜ਼ਰੀਆ ਹੈ, ਇਸ ਨੂੰ ਅਸੀਂ ਚਾਹ ਕੇ ਵੀ ਨਹੀਂ ਬਦਲ ਪਾ ਰਹੇ। ਬਾਰ-ਬਾਰ ਆਵਾਜ਼ ਵੀ ਚੁੱਕੀ ਜਾ ਰਹੀ ਹੈ। ਇਹ ਜਿਹੜਾ ਸੈਂਟੈਂਸ ਹੈ ਕਿ ਕੁਝ ਪਾਉਣ ਦੇ ਲਈ ਕੁਝ ਖੋਣਾ ਪੈਂਦਾ, ਇਹਨੂੰ ਬੜੀ ਬੁਰੀ ਤਰ੍ਹਾਂ ਵਰਤਿਆ ਜਾ ਰਿਹਾ ਜੀ। ਬਿਲਕੁਲ ਵਰਤਿਆ ਜਾਂਦਾ ਜੀ, ਪਰ ਉਸ ਟਾਈਮ ਜੇ ਆਪਾਂ ਕੁਛ ਕਰਦੇ ਵੀ, ਦੇਖੋ ਨਿਰਭਇਆ ਕਾਂਡ 3 ਵਾਰ ਫਾਂਸੀ ਉਹਨਾਂ ਨੂੰ ਸਜ਼ਾ ਟਲ ਗਈ, ਅਤੇ ਸਾਡੇ ਵਰਗੇ ਕਹਿੰਦਾ ਤੁਸੀਂ ਗਰੀਬਾਂ ਦੀ ਸੁਣਨੀ ਨਹੀਂ ਸੀ ਕਿਸੇ ਨੇ, ਨਾ ਕੋਈ ਥਾਣਾ ਸਾਡੇ ਲਈ, ਨਾ ਕੋਈ ਕਚਹਿਰੀ ਸਾਡੇ ਲਈ। ਆਪਣੇ ਬਲਬੂਤੇ 'ਤੇ ਇੱਥੇ ਤੱਕ ਪਹੁੰਚੇ ਆ, ਪਰ ਜ਼ਿੰਦਗੀ ਨੇ ਮੋੜ ਲੈ ਲਿਆ ਇਸ ਤਰ੍ਹਾਂ ਵੀ ਵਿਆਹ ਦੀ ਉਮਰ ਹੋ ਗਈ। ਵਿਆਹ ਆਪਣਿਆਂ ਨੇ ਉੱਥੇ ਵੀ ਆਪਣਿਆਂ ਨੇ ਹੀ ਧੋਖਾ ਦਿੱਤਾ, ਜਦੋਂ ਸਪੋਰਟਸਮੈਨ ਮੈਂ ਕਹਿੰਦੀ ਵੀ ਇਨੋਸੈਂਟ ਹੁੰਦੇ ਆ ਸਪੋਰਟਸਮੈਨਾਂ ਨੂੰ, ਮਤਲਬ ਇਹਨਾਂ ਸੋਚਣ ਦਾ ਉਹ ਨਹੀਂ ਹੁੰਦਾ, ਉਹਨਾਂ ਨੂੰ ਮਤਲਬ ਮੈਡਲਾਂ ਤੋਂ ਹੁੰਦਾ ਹੈ, ਤਗਮਿਆਂ ਤੋਂ ਹੁੰਦਾ ਜਾਂ ਟਰੋਫੀਜ਼ ਤੋਂ। ਇੱਕ ਦੁਨੀਆਦਾਰੀ ਵਾਸਤੇ ਵਿਆਹ ਕਰਨਾ ਜ਼ਰੂਰੀ ਸੀਗਾ, ਅਤੇ ਪਰ ਜਦੋਂ ਘਰ ਬਸਾਉਣ ਵਾਸਤੇ ਮੈਂ ਕਦਮ ਵਧਾਇਆ ਅਤੇ ਉੱਥੇ ਵੀ ਮੈਨੂੰ ਧੋਖਾ ਮਿਲਿਆ। ਉਹ ਸਾਰੇ ਦਾਰੇ ਮਿਲੇ ਕਿ ਉਹਨਾਂ ਨੇ ਮੇਰੀ ਹੋਰ ਦੁਨੀਆ ਬਦਲ ਕੇ ਰੱਖ ਦਿੱਤੀ। ਮੈਨੂੰ ਗੇਮ ਵਾਸਤੇ ਮੇਰੇ ਪਿਆਰ ਪਿੱਛੇ ਕਰਨ ਲੱਗੇ, ਤੁਸੀਂ ਗੇਮ ਨਹੀਂ ਕਰਨੀ।
ਮੈਂ ਕਿਹਾ ਵੀ ਤੁਹਾਨੂੰ ਮੈਰਿਜ ਤੋਂ ਪਹਿਲਾਂ ਤੁਹਾਨੂੰ ਦੱਸਿਆ ਸਾਰਾ ਕੁਝ ਵੀ ਮੇਰਾ ਇਸ ਤਰ੍ਹਾਂ ਇਹ ਪ੍ਰੋਬਲਮ ਹੋ ਰਹੀ ਆ ਤੇ ਮੈਂ ਆਪਣੀ ਗੇਮ ਨਹੀਂ ਛੱਡ ਸਕਦੀ। ਨਹੀਂ, ਤੁਹਾਨੂੰ ਗੇਮ ਛੱਡਣੀ ਪੈਣੀ ਹੈ, ਤੁਸੀਂ ਬਾਹਰ ਨਹੀਂ ਜਾਓਗੇ, ਤੁਸੀਂ ਇੱਦਾਂ ਨਹੀਂ ਕਰੋਗੇ। ਮੈਂ ਕਿਹਾ ਨਹੀਂ, ਮੈਂ ਬੱਝ ਕੇ ਰਹਿਣ ਵਾਲੀ ਲੇਡੀ ਨਹੀਂ ਹੈ, ਕਿਉਂਕਿ ਜਿਹੜਾ ਨਾਸੂਰ ਮੇਰੇ ਹਜੇ ਤੱਕ ਦਿਲ ਤੇ ਚੁੱਭ ਰਿਹਾ ਸੀਗਾ ਉਹਨੂੰ ਮੈਂ ਕੁਝ ਕਰਨਾ ਚਾਹੁੰਦੀ ਸੀ ਅੱਗੇ ਕਰਕੇ। ਉਹਨਾਂ ਨੇ ਜੀ ਮੇਰੇ ਨਾਲ ਮਾਰ ਕੁਟਾਈ ਸ਼ੁਰੂ ਕਰ ਦਿੱਤੀ, ਕੁੱਟਣਾ ਮਤਲਬ ਸੁੱਤੀ ਹੋਈ ਨੂੰ ਉਠਾਉਣਾ ਨਹੀਂ, ਉਹਨਾਂ ਨੇ ਮਾਰ ਕੇ ਉਠਾਉਣਾ ਮੈਨੂੰ, ਸਿਗਰਟ ਲਾ ਦੇਣੀ ਪਿੱਠ ਪਿੱਛੇ, ਬੜੇ ਜ਼ਖਮ ਚੱਲੇ। ਤੇ ਪਰ ਜਿਸ ਔਰਤ ਨੂੰ ਦੇਸ਼ ਦੀ ਸਟਰੋਂਗ ਲੇਡੀ ਦਾ ਜਿਹੜਾ ਖਿਤਾਬ ਮਿਲ ਚੁੱਕਾ ਹੈ, ਉਹ ਆਪਣੇ ਆਪ ਦੇ ਵਿੱਚ ਇਹ ਖਿਤਾਬ ਆਪਣੀ ਗਵਾਹੀ ਆਪ ਭਰ ਰਿਹਾ, ਤਾਂ ਚਲੋ ਅੱਖਾਂ ਦੇ ਵਿੱਚ ਤੁਹਾਡੇ ਅਥਰੂ ਆਏ ਨੇ, ਉਹ ਲਾਜ਼ਮੀ ਜੀ ਗੱਲ ਹੈ ਕਿ ਸਾਡੀ ਇਨਸਾਨ ਦੀ ਜਿਹੜੀ ਹਿਊਮਨ ਨੇਚਰ ਹੁੰਦੀ ਹੈ, ਅਸੀਂ ਭਾਵੁਕ ਜਲਦੀ ਹੋ ਜਾਂਦੇ ਹਾਂ। ਪਰ ਮੈਨੂੰ ਲੱਗਦਾ ਹੁਣ ਤੱਕ ਜੋ ਤੁਸੀਂ ਹਾਸਿਲ ਕਰ ਰਹੇ ਹੈ ਉਹ ਤਮਾਮ ਉਹਨਾਂ ਲੋਕਾਂ ਦੇ ਮੂੰਹ ਤੇ ਚਪੇੜ ਹੈ ਜਿਨ੍ਹਾਂ ਨੇ ਗਲਤ ਕੀਤਾ ਤੁਹਾਡੇ ਨਾਲ ਜਾਂ ਜਿਨ੍ਹਾਂ ਨੇ ਫਾਇਦਾ ਚੁੱਕਣ ਦੀ ਕੋਸ਼ਿਸ਼ ਕੀਤੀ। ਹਾਂਜੀ, ਮੈਂ ਉਹ ਪਲ ਵੀ ਯਾਦ ਹੈ ਮੈਨੂੰ, ਬੁਰੇ ਪਲ ਵੀ ਯਾਦ ਆ, ਔਰ ਹੁਣ ਚਲੋ ਮਾਲਕ ਨੇ ਅੱਛੇ ਪਲ ਲੈਂਦੇ ਉਹ ਵੀ ਯਾਦ ਆ। ਪਰ ਮੈਂ ਚਾਹੁੰਦੀ ਨਹੀਂ ਵੀ ਹਰ ਲੜਕੀ ਮੇਰੇ ਤਰ੍ਹਾਂ ਅਥਰੂ ਬਹਾਵੇ। ਮੈਂ ਚਾਹੁੰਦੀ ਤੁਸੀਂ ਸੈਲਫ ਡਿਪੈਂਡ ਬਣੋ। ਮੈਂ ਫਿਰ ਬਹੁਤ ਦੁੱਖ ਚੱਲ ਕੇ ਫਿਰ ਮੈਂ ਕਿੱਕ ਬਾਕਸਿੰਗ ਦੀ ਟ੍ਰੇਨਿੰਗ ਕੀਤੀ। ਕਿੱਕ ਬਾਕਸਿੰਗ ਮੇਰਾ ਟਰੈਕ ਨਹੀਂ ਸੀਗਾ, ਮੈਂ ਵੇਟ ਲਿਫਟਰ ਸੀਗੀ, ਮੇਰੇ 'ਚ ਬਹੁਤ ਪਾਵਰ ਸੀਗੀ, ਮੇਰਾ ਟਰੈਕ ਇਹ ਨਹੀਂ ਸੀਗਾ। ਮੈਂ ਕਿਉਂ ਕਿੱਕ ਬਾਕਸਿੰਗ ਔਰ ਸੈਲਫ ਡਿਪੈਂਡ ਵਾਸਤੇ ਕਿਉਂ ਮੈਂ ਕੀਤਾ ਇਹ ਸ਼ੁਰੂ, ਕਿਉਂਕਿ ਹਰ ਬੱਚਾ, ਹਰ ਕੁੜੀ, ਮੇਰੀ ਬੇਟੀ 8 ਸਾਲ ਦੀ ਹੈ ਲਵਲੀਨ, ਮੈਂ ਚਾਹੁੰਦੀ ਮੇਰੀ ਬੇਟੀ ਵਰਗੇ ਸਾਰੇ ਬਣਨ, ਮੇਰੇ ਵਰਗੇ ਬਣਨ, ਪਰ ਮੇਰੇ ਵਰਗੇ ਦੁੱਖ ਨਾ ਚੱਲਣ। ਮੈਂ ਚਾਹੁੰਦੀ ਵੀ ਹਰ ਕੁੜੀ ਆਪਣੇ ਆਪ 'ਤੇ ਸੈਲਫ ਡਿਪੈਂਡ ਹੋਵੇ, ਹਰ ਕੁੜੀ ਨੂੰ ਪਾਵਰ ਹੋਣੀ ਚਾਹੀਦੀ ਆ। ਉਹ ਜਦੋਂ ਸਾਡੇ ਨਾਲ ਕੁਛ ਦੁਰਘਟਨਾ ਹੁੰਦੀ ਆ, ਲੇਡੀਜ਼ ਨਾਲ, ਬੱਚਿਆਂ ਨਾਲ ਦੁਰਘਟਨਾ ਹੁੰਦੀ ਆ, ਫਿਰ ਅਸੀਂ ਕੈਂਡਲ ਮਾਰਚ ਲੈ ਕੇ ਨਿਕਲਦੇ ਹਾਂ। ਇੰਨੀ ਨੌਬਤ ਕਿਉਂ ਆ ਰਹੀ ਹੈ? ਅੱਜ ਮੈਨੂੰ ਇਸ ਗੱਲ ਦਾ ਵੀ ਦੁੱਖ ਆ ਜਿਹੜਾ ਟਾਈਮ ਆ, ਮੈਂ ਨਵੇਂ ਬੱਚਿਆਂ ਨੂੰ, ਨਵੀਂ ਜਨਰੇਸ਼ਨ ਨੂੰ, ਮੈਂ ਉਹਨਾਂ ਦੇ ਵਿਰੁੱਧ ਨਹੀਂ ਹੈ, ਪਰ ਮੈਂ ਇਹੀ ਕਹਿਣਾ ਚਾਹੁੰਦੀ ਬੇਟਾ ਪਲੀਜ਼ ਸੈਲਫ ਡਿਪੈਂਡ ਬਣੋ। ਅੱਜ ਪੂਰੇ ਗਰਾਊਂਡ ਖਾਲੀ ਪਏ ਆ, ਸਾਰੇ ਗਰਾਊਂਡ ਦੇ ਵਿੱਚ ਕੁੜੀ ਮੈਨੂੰ ਨਜ਼ਰ ਨਹੀਂ ਆ ਰਹੀ। ਲੋਕ ਕਹਿੰਦੇ ਕਿ ਕੁੜੀਆਂ ਨੂੰ ਮੌਕਾ ਨਹੀਂ ਮਿਲਦਾ, ਕੁੜੀਆਂ ਨੂੰ ਹੱਕ ਨਹੀਂ ਮਿਲ ਰਹੇ, ਤੇ ਤੁਸੀਂ ਕਹਿ ਰਹੇ ਹੋ ਕਿ ਕੁੜੀਆਂ ਆਪ ਹੀ ਨਹੀਂ ਆ ਰਹੀਆਂ ਗਰਾਊਂਡ। ਬਿਲਕੁਲ ਨਹੀਂ ਆ ਰਹੀਆਂ ਜੀ। ਜੇ ਮੈਂ ਦੇਖੋ ਜੀ, ਇੱਕ ਜੋਬ ਵਾਲੀ ਲੇਡੀ ਹਾਂ, ਮੈਂ ਬਹੁਤ ਕੁਛ ਉਪਲਬਧੀਆਂ ਹਾਸਲ ਕੀਤੀਆਂ, ਮੈਂ ਨਹੀਂ ਕੀਤੀਆਂ, ਉਸ ਮਾਲਕ ਨੇ ਕਰਵਾਈਆਂ, ਪਰ ਮੈਂ ਸਕੂਲਾਂ ਕਾਲਜਾਂ ਦੇ ਵਿੱਚ ਮੈਂ ਜਾਂਦੀ ਹਾਂ ਆਪਣੇ ਮੋਟੀਵੇਸ਼ਨ ਲਈ। ਸਕੂਲਾਂ ਕਾਲਜਾਂ ਦੇ ਟੀਚਰਸ ਸਾਹਿਬਾਨ ਨਹੀਂ ਸਾਥ ਦੇ ਰਹੇ, ਉਹ ਕਹਿੰਦੇ ਤੁਸੀਂ ਆਪਣੇ ਬਲਬੂਤੇ ਤੇ ਸਿਖਾਓ ਇਹਨਾਂ ਨੂੰ ਜੋ ਸਿਖਾਉਣਾ, ਤੇ ਇਕੱਲੀ ਸੀਮਾ ਥਾਪਰ ਕੀ ਕਰ ਸਕਦੀ ਹੈ? ਸੀਮਾ ਥਾਪਰ ਕੁਛ ਨਹੀਂ ਕਰ ਸਕਦੀ ਜੇ ਤੁਸੀਂ ਮੇਰੇ ਨਾਲ ਕੰਧੇ ਨਾਲ ਕੰਧਾ ਨਹੀਂ ਮਿਲਾਓਗੇ। ਜਿਸ ਤਰ੍ਹਾਂ ਤੁਸੀਂ ਸ਼ੋਸ਼ਣ ਦੀ ਗੱਲ ਕੀਤੀ ਹੈ ਕਿ ਸਮਾਜ ਦੇ ਕੁਝ ਲੋਕ ਹੁੰਦੇ ਨੇ ਜਿਨ੍ਹਾਂ ਦੀ ਸੋਚ ਗੰਦੀ ਹੈ ਜਾਂ ਨਿਗਾਹ ਗੰਦੀ ਹੈ, ਹੋ ਸਕਦਾ ਉਹ ਕੁੜੀਆਂ ਸ਼ਾਇਦ ਇਸ ਡਰ ਦੇ ਨਾਲ ਕਿ ਸਾਡਾ ਫਾਇਦਾ ਨਾ ਚੁੱਕਿਆ ਜਾਏ, ਸਾਡੇ ਨਾਲ ਕੁਝ ਗਲਤ ਨਾ ਹੋ ਜਾਏ, ਇਸ ਡਰ ਦੇ ਨਾਲ ਸ਼ਾਇਦ ਸਪੋਰਟਸ ਦੇ ਵਿੱਚ ਨਹੀਂ ਆ ਰਹੀਆਂ। ਨਹੀਂ, ਸਪੋਰਟਸ ਦੇ ਵਿੱਚ ਡਰ ਚੱਕ ਹੋ ਜਾਂਦਾ ਜੀ। ਸਪੋਰਟਸ ਤਾਂ ਤੁਸੀਂ ਗਰਾਊਂਡ ਦੇ ਵਿੱਚ ਜਦੋਂ ਉਤਰ ਕੇ ਤੁਹਾਡੇ ਵਿੱਚ ਆਪਣੇ ਆਪ ਸ਼ਕਤੀ ਆ ਜਾਣੀ ਹੈ। ਸਪੋਰਟਸ ਕੋਈ ਡਰ ਦਾ ਜ਼ਰੀਆ ਨਹੀਂ ਹੈ। ਪਰ ਹਾਂ, ਮੈਂ ਠੀਕ ਹੈ, ਮੈਂ ਬਦਨਸੀਬ ਸੀਗੀ, ਮੇਰੇ ਨਾਲ ਇਹ ਘਟਨਾ ਹੋਈ ਹੈ, ਪਰ ਮੈਂ ਚਾਹੁੰਦੀ ਹਰ ਕੁੜੀ ਬੱਚੀ ਦੇ ਨਾਲ ਨਾ ਹੋਵੇ। ਇੱਕ ਵੇਟ ਲਿਫਟਰ ਦੇ ਨਾਲ ਜਦੋਂ ਕੋਈ ਪੰਗਾ ਲੈਂਦਾ ਹੈ, ਮੈਨੂੰ ਲੱਗਦਾ ਉਹ ਤਾਂ ਵੈਸੇ ਹੀ ਨਹੀਂ ਉਹਦਾ ਕੁਝ ਬਚਦਾ ਹੋਣਾ, ਪਰ ਜਦੋਂ ਵਿਆਹ ਹੋਇਆ ਇੱਕ ਅਜਿਹੇ ਵਿਅਕਤੀ ਦੇ ਨਾਲ ਵਿਆਹ ਹੋਇਆ ਜੋ ਮੈਨੂੰ ਲੱਗਦਾ ਹੈ ਕਿ ਸ਼ਾਇਦ ਉਸ ਨੂੰ ਤੁਹਾਨੂੰ ਯਾਦ ਵੀ ਨਹੀਂ ਆਉਂਦਾ ਹੋਣਾ ਜਾਂ ਯਾਦ ਨਹੀਂ ਕਰਦੇ ਹੋਣੇ, ਜਦੋਂ ਉਹ ਤੁਹਾਡੇ ਨਾਲ ਇਸ ਤਰ੍ਹਾਂ ਦਾ ਸਲੂਕ ਕਰਦੇ ਸੀ ਤਾਂ ਮਨ ਨਹੀਂ ਕਰਦਾ ਸੀ ਕਿ ਇਹਨੂੰ ਮੈਂ ਦੱਸਾਂ ਕਿ ਮੈਂ ਕੌਣ ਹਾਂ? ਬਹੁਤ ਮਨ ਕਰਦਾ ਸੀਗਾ ਜੀ। ਇੱਕ ਐਕਚੁਅਲੀ ਮੇਰੀ ਨਾ ਇੰਨੀ ਲੋਕਾਂ ਦੇ ਵਿੱਚ ਮੈਂ ਇੰਨੀ ਹੋ ਗਿਆ ਸੀਗਾ ਕਿ ਨਹੀਂ, ਇੱਕ ਵੇਟ ਲਿਫਟਰ ਮੈਡਮ ਆ, ਇੰਨੇ ਮੈਡਲ ਲੈ ਚੁੱਕੀ ਹੈ, ਇੰਨੀ ਉਪਲਬਧੀਆਂ ਕਰ ਚੁੱਕੀ, ਹਰ ਗੇਮ ਦੇ ਵਿੱਚ, ਵੇਟ ਲਿਫਟਿੰਗ, ਪਾਵਰ ਲਿਫਟਿੰਗ, ਕੁਸ਼ਤੀ ਦੇ ਵਿੱਚ, ਤੇ ਪੰਜਾ ਲੜਾਓ ਦੇ ਵਿੱਚ ਇੰਡੀਆ ਦੀ ਸਟਰੋਂਗ ਵੂਮੈਨ ਆ। ਇੱਕ ਮੈਂ ਨੈਚੁਰਲੀ ਗੱਲ ਹੈ ਕਿ ਆਪਣੇ ਹਸਬੈਂਡ 'ਤੇ ਹੱਥ ਚੱਕਣਾ, ਅਤੇ ਇਹ ਗੱਲ ਸ਼ੋਭਾ ਨਹੀਂ ਦਿੱਤੀ ਮੈਨੂੰ ਆਪਣੇ ਆਪ ਅਤੀਤ ਨੂੰ, ਵੀ ਨਹੀਂ ਯਾਰ ਇੱਦਾਂ ਨਹੀਂ ਹੋਣਾ ਚਾਹੀਦਾ। ਅਤੇ ਬਾਕੀ ਮੈਂ ਪੇਰੈਂਟਸ ਨਾਲ ਗੱਲ ਸ਼ੇਅਰ ਕਰਦੀ ਸੀਗੀ, ਅਤੇ ਉਸ ਮਾਲਕ ਨੇ ਮੇਰਾ ਸਾਥ ਦਿੱਤਾ ਉਸ ਟਾਈਮ। ਔਰਤਾਂ ਨੂੰ ਕਿਤੇ ਨਾ ਕਿਤੇ ਫਿਰ ਤਰਸ ਆ ਜਾਂਦਾ, ਚਾਹੇ ਗਲਤ ਹੀ ਕਿਉਂ ਨਾ ਹੋ ਰਿਹਾ ਹੋਵੇ, ਹੈ ਨਾ, ਕਿ ਇੱਕ ਔਰਤ ਨੂੰ ਹੱਥ ਨਹੀਂ ਚੁੱਕਣਾ ਚਾਹੀਦਾ, ਚਾਹੇ ਔਰਤ ਨਾਲ ਜਿੰਨਾ ਮਰਜ਼ੀ ਮਾੜਾ ਹੋਵੇ। ਨਹੀਂ, ਵੈਸੇ ਮੈਂ ਇਹ ਵੀ ਨਹੀਂ ਗੱਲ ਕਹੂੰਗੀ ਕਿ ਮਾੜਾ ਹੋਵੇ ਹਰ ਕਿਸੇ ਨਾਲ, ਅਤੇ ਕਿਤੇ ਨਾ ਕਿਤੇ ਔਰਤ ਦਬਦੀ ਹੈ ਜੀ। ਮੇਨ ਕਹਿਣ ਦਾ ਮਤਲਬ ਇਹ ਵੀ ਦਬਦੀ ਹੈ। ਅਤੇ ਫਿਰ ਮੇਰੀ ਸੈਕਿੰਡ ਮੈਰਿਜ, ਫਿਰ ਉਹਦੇ ਬਾਰੇ ਮੈਂ ਜ਼ਰੂਰ ਦੱਸਣਾ ਚਾਹੂੰਗੀ, ਕਿਉਂਕਿ ਸੈਕਿੰਡ ਮੈਰਿਜ ਮੇਰੀ 2008 'ਚ ਹੋਈ। ਫਿਰ ਸੁਖਵਿੰਦਰ ਪੌਲ ਜੀ ਮੇਰੇ ਹਸਬੈਂਡ ਨੇ, ਬਾਕਸਿੰਗ ਐਂਡ ਕਿੱਕ ਬਾਕਸਿੰਗ ਦੇ ਕੋਚ ਵੀ ਹੈ। ਉਹਨਾਂ ਨੇ ਮੇਰੀ ਲਾਈਫ ਮੋਟੀਵੇਟ ਕੀਤਾ ਵੀ ਤੁਸੀਂ ਜਾਓ, ਤੁਸੀਂ ਗੇਮ ਕਰਾਓ ਬੱਚਿਆਂ ਨੂੰ, ਤੁਸੀਂ ਜੋ ਤੁਹਾਨੂੰ ਆਜ਼ਾਦੀ, ਤੁਸੀਂ ਜੋ ਨਹੀਂ ਤੁਸੀਂ ਕਰ ਸਕੇ ਤੁਸੀਂ ਕਰੋ। ਅੱਜ ਮੇਰੇ ਵਾਸਤੇ ਉਹ ਪਰਮਾਤਮਾ ਤੋਂ ਵੀ ਉੱਪਰ ਹੈ। ਮੇਰਾ ਪਿੱਛੇ ਜੇ ਐਕਸੀਡੈਂਟ ਹੋ ਗਿਆ ਸੀਗਾ, ਅਤੇ ਮੈਨੂੰ ਉਹਨਾਂ ਨੇ ਬੱਚਿਆਂ ਵਾਂਗੂ ਦੇਖਭਾਲ ਕੀਤੀ ਮੇਰੀ। ਉਹਨਾਂ ਨੇ
ਤੇ ਜਿਹਦੇ ਵਿੱਚ ਮੈਂ ਦੁਬਾਰਾ ਜਿੰਦਾ ਹੋ ਉੱਠੀ। ਨਹੀਂ ਤਾਂ ਮੈਂ ਜੇ ਉਸ ਬੰਦੇ ਦੇ ਲੜ ਲੱਗੀ ਰਹਿੰਦੀ ਤਾਂ ਮੈਨੂੰ ਨਰਕ ਭਰੀ ਜ਼ਿੰਦਗੀ ਜੀਣੀ ਪੈਣੀ ਸੀ। ਅੱਜ ਸੀਮਾ ਥਾਪਰ ਲੁਪਤ ਹੋ ਜਾਣੀ ਸੀ, ਅੱਜ ਨਹੀਂ ਲੱਭਣੀ ਸੀਗੀ। ਤੇ ਮੈਂ ਉੱਠ ਕੇ ਅੱਜ ਵੀ ਮੇਰੀ ਸਿਹਤ ਨਹੀਂ ਠੀਕ ਹੈਗੀ, ਮੈਂ ਹੱਲੇ ਵੀ ਗਰਾਊਂਡ 'ਚ ਜਾਂਦੀ ਹਾਂ। ਮੈਂ ਕਹਿੰਦੀ ਬੇਟਾ ਤੁਸੀਂ ਆਓ, ਬੱਚੇ ਤੁਸੀਂ ਆਓ, ਗਰਲਜ਼ ਨੂੰ ਖਾਸ ਕਰਕੇ, ਪਰ ਕੋਈ ਨਹੀਂ ਆ ਰਿਹਾ। ਕੋਈ ਪਰ ਅੱਜ ਦੇ ਸਮੇਂ ਦੇ ਵਿੱਚ ਬਹੁਤ ਜ਼ਰੂਰੀ ਹੈ ਕੁੜੀਆਂ ਨੂੰ ਕਿਕ ਬਾਕਸਿੰਗ ਦੇ ਵਿੱਚ ਉਹਨਾਂ ਦਾ ਆਉਣਾ ਬਹੁਤ ਜ਼ਰੂਰੀ ਹੈ, weight lifting ਹੈ, ਰੈਸਲਿੰਗ ਹੈ, ਇਹ ਐਥਲੈਟਿਕਸ ਨੇ, ਇਹ ਚੀਜ਼ਾਂ ਅਲੋਪ ਹੁੰਦੀਆਂ ਜਾ ਰਹੀਆਂ ਨੇ, ਬੱਚਿਆਂ ਨੂੰ ਪਤਾ ਹੀ ਨਹੀਂ ਕਿ ਇਹ ਹੈ ਕੀ। ਇਹ ਇਸ ਤਰ੍ਹਾਂ ਲੋਪ ਹੋ ਰਹੀਆਂ ਵੀ ਦੇਖੋ ਸਾਡੇ ਹੱਥਾਂ ਦੇ ਵਿੱਚ ਮੋਬਾਈਲ ਆ ਗਏ, ਲੜਕੀਆਂ ਉਹ ਟਿਕਟੋਕ ਇੱਕ ਪਤਾ ਨਹੀਂ ਕਿਹੜੀ ਬਿਮਾਰੀ ਚੱਲੀ ਹੈ, ਉਹ ਟਿਕਟੋਕ ਬਣਾ ਰਹੀਆਂ ਨੇ। ਟਿਕਟੋਕ ਨੇ ਸਾਥ ਨਹੀਂ ਦੇਣਾ ਤੁਹਾਡਾ। ਕੱਲ੍ਹ ਨੂੰ ਤੁਹਾਡੇ ਨਾਲ ਖੁਦਾ ਨਾ ਖਾਸਤਾ ਕੋਈ ਇਸ ਤਰ੍ਹਾਂ ਦਾ ਕਾਂਡ ਹੁੰਦਾ ਆ, ਤੁਸੀਂ ਆਪਣੇ ਆਪ ਨੂੰ ਬਚਾਉਣ ਵਾਸਤੇ ਤਾਂ ਤੁਸੀਂ ਕੁਛ ਕਰੋ। ਮੈਂ ਨਹੀਂ ਚਾਹੁੰਦੀ ਤੁਸੀਂ ਪ੍ਰੋਫੈਸ਼ਨਲ ਕੁਛ ਕਰੋ। ਤੁਸੀਂ ਸੀਮਾ ਥਾਪਰ ਦੇ ਨਾਲ ਤੁਸੀਂ ਨੈਸ਼ਨਲ 'ਚ ਜਾਓ, ਤੁਸੀਂ ਕਿਤੇ ਜਾਓ, ਨਹੀਂ ਮੈਂ ਨਹੀਂ ਕਹਿੰਦੀ। ਤੁਸੀਂ ਗਰਾਊਂਡ 'ਚ ਆਪਣੇ ਜੋਗਾ ਤਾਂ ਸਿੱਖ ਲਓ। ਜਿੱਦਾਂ ਮਾਂ ਕਹਿੰਦੀ ਬੇਟਾ ਆਪਣੇ ਰੋਟੀਆਂ ਬਣਾਉਣ ਲਈ ਤਾਂ ਸਿੱਖ ਲੈ, ਕਿਤੇ ਭੁੱਖੀ ਨਹੀਂ ਮਰੂੰਗੀ। ਮੈਂ ਵੀ ਇਹ ਚੀਜ਼ ਕਹਿ ਰਹੀ ਹਾਂ, ਮਤਲਬ ਆਪਣਾ ਬਚਾਅ ਕਰਨ ਜੋਗੇ ਤਾਂ ਹੋ ਜਾਓ। ਤੁਹਾਨੂੰ ਕੋਈ ਕੁੱਤੇ ਬਿੱਲੇ ਰਸਤੇ 'ਚ ਘੁੰਮਦੇ, ਤੁਹਾਨੂੰ ਕੁਛ ਕਹਿੰਦਾ ਹੈ ਕੋਈ, ਤਾਂ ਤੁਸੀਂ ਉਹਨਾਂ ਤੋਂ ਤਾਂ ਭੱਜ ਜਾਓ। ਤੇ ਟਾਈਗਰ ਤਾਂ ਸ਼ੇਰ ਤਾਂ ਭੇੜੀਏ ਤਾਂ ਬਹੁਤ ਦੂਰ ਦੀ ਗੱਲ ਹੈ ਜੀ, ਇਹਨਾਂ ਤੋਂ ਨਹੀਂ ਬਚਾਅ ਹੋ ਰਿਹਾ ਇਹਨਾਂ ਨੂੰ, ਹੈ ਨਾ ਜੀ। ਤੁਸੀਂ ਇਹਨਾਂ ਤੋਂ ਤਾਂ ਭੱਜ ਜਾਓ। ਹਾਂਜੀ, ਕੁੜੀਆਂ ਨੂੰ ਕੋਈ ਪਰਵਾਹ ਨਹੀਂ ਹੈ। ਕਿਸੇ ਨੇ ਮੈਨੂੰ ਅੱਜ ਤੱਕ ਕਾਲ ਨਹੀਂ ਕੀਤੀ ਵੀ ਸੀਮਾ ਮੈਡਮ ਅਸੀਂ ਗੇਮ ਸਿੱਖਣਾ ਚਾਹੁੰਦੇ ਹਾਂ, ਤੁਸੀਂ ਪਲੀਜ਼ ਸਾਨੂੰ ਸਿਖਾਓ। ਇਹੀ ਜੇ ਤੁਸੀਂ ਕਿਸੇ ਗੀਤ ਦੇ ਵਿੱਚ ਐਜ਼ ਅ ਸਿੰਗਰ ਜਾਂ ਐਜ਼ ਅ ਮਾਡਲ ਆਏ ਹੁੰਦੇ ਤਾਂ ਪਤਾ ਨਹੀਂ ਕਿੰਨੇ ਹੀ ਫੋਨ, ਕਿੰਨੇ ਹੀ ਮੈਸੇਜ ਆ ਜਾਣੇ ਸੀ। ਜੀ ਬਿਲਕੁਲ ਇਹੀ ਬਦਨਸੀਬੀ ਹੈ ਆਪਣੇ ਪੰਜਾਬ ਦੀ ਸਿਸਟਮ ਦੀ, ਖਾਸ ਕਰਕੇ ਮੈਂ ਕਹਿੰਦੀ ਪੰਜਾਬ ਦੇ ਬੱਚਿਆਂ ਨੂੰ ਕੀ ਹੋ ਗਿਆ। ਮੇਰੀ ਤਾਂ ਸ਼ੇਰਨੀਆਂ ਸੀਗੀਆਂ, ਕਿੱਥੇ ਚਲ ਗਈਆਂ। ਅਸੀਂ ਤਾਂ ਆਪਣੇ ਜ਼ਮਾਨੇ 'ਚ ਬੜੇ ਆਪਣੇ ਆਪ ਨੂੰ ਖਾਂਦੇ ਸੀ ਸ਼ੇਰ ਆ, ਪਰ ਸਾਡੇ ਨਾਲ ਵੀ ਬੜਾ ਕੁਛ ਹੋਇਆ। ਪਰ ਮੇਰੀ ਸ਼ੇਰਨੀਆਂ ਨੂੰ ਕੀ ਹੋ ਗਿਆ ਅੱਜ। ਪਰ ਆਪਣੀ ਧੀ ਨੂੰ ਤੁਸੀਂ ਭੀੜ ਨਾਲੋਂ ਵੱਖ ਰੱਖਿਆ ਹੋਇਆ, ਆਪਣੀ ਧੀ ਨੂੰ ਸ਼ੇਰਨੀ ਬਣਾ ਰਹੇ। ਬਿਲਕੁਲ ਜੀ, ਵਾਹਿਗੁਰੂ ਜੀ ਦੀ ਮਿਹਰ ਹੈ ਜੀ। ਤੇ ਮੈਂ ਚਾਹੁੰਦੀ ਵੀ ਮੇਰੀ ਬੇਟੀ, ਮੈਂ ਆਪਣਾ ਰੂਪ ਉਹਦੇ ਵਿੱਚ ਲਿਆ ਰਹੀ ਹਾਂ ਵੀ ਮੇਰੀ ਬੇਟੀ ਸੈਲਫ ਡਿਪੈਂਡ ਬਣੇ, ਸਿੱਖੇ ਬਹੁਤ ਕੁਛ। ਕੀ ਸਿਖਾ ਰਹੇ ਹੋ ਉਹਨੂੰ? ਮੈਂ ਇਹਨੂੰ ਬਾਕਸਿੰਗ ਸਿਖਾ ਰਹੀ ਜੀ। ਉਹਦਾ 5 ਵਾਰੀ ਨੈਸ਼ਨਲ 'ਚ ਗੋਲਡ ਮੈਡਲ ਆ ਔਰ 2 ਟਾਈਮ ਇੰਟਰਨੈਸ਼ਨਲ ਪਲੇਅਰ ਆ। ਹਾਂਜੀ, ਮੈਂ ਚਾਹੁੰਦੀ ਵੀ ਬਹੁਤ ਵਧੀਆ ਬਣੇ ਔਰ ਮੇਰੀ ਲਵਲੀਨ ਵਰਗੀਆਂ ਸਾਰੀਆਂ ਬਣਨ। ਬੇਟਾ ਤੁਸੀਂ ਆਓ ਤਾਂ ਸਹੀ ਗਰਾਊਂਡ 'ਚ। ਤੇ ਕੋਈ ਵੀ ਸਕੂਲ ਕਾਲਜ ਮੈਨੂੰ ਮਤਲਬ ਬੁਲਾ ਕੇ ਨਹੀਂ ਕਹਿ ਰਿਹਾ ਕਿ ਮੈਡਮ ਤੁਸੀਂ, ਸਾਰਿਆਂ ਕੋਲ ਮੇਰੇ ਨੰਬਰ ਆ, ਮੈਂ ਸਾਰਿਆਂ ਕੋਲ ਆਪਣਾ ਕੰਟੈਕਟ ਨੰਬਰ ਦੇ ਕੇ ਆਈ ਹਾਂ। ਮੈਨੂੰ ਕਦੀ ਕਿਸੇ ਨੇ ਫੋਨ ਨਹੀਂ ਕੀਤਾ ਵੀ ਮੈਡਮ ਸਾਡੇ ਬੱਚੇ ਆ, ਤੁਸੀਂ ਛੁੱਟੀਆਂ ਦੇ ਦੌਰਾਨ ਹੀ ਸਿਖਾ ਦਿਓ। ਮੈਂ ਕਹਿੰਦੀ 15 ਮਿੰਟ 20 ਮਿੰਟ ਅੱਧਾ ਘੰਟਾ ਆਪਣੇ ਵਾਸਤੇ ਤਾਂ ਕੱਢੋ। ਜੇ ਤੁਸੀਂ ਮੁੜ ਕੇ ਕੈਂਡਲ ਤੁਸੀਂ ਚਲਾ ਰਹੇ ਹੋ, ਕੈਂਡਲ ਮਾਰਚ ਕੱਢ ਰਹੇ ਹੋ, ਤੇ ਬੱਚਿਆਂ ਨੂੰ ਤੁਸੀਂ ਸੈਲਫ ਡਿਪੈਂਡ ਕਿਉਂ ਨਹੀਂ ਬਣਾ ਰਹੇ? ਸਮਾਜ ਦੇ ਵਿੱਚ ਕੁਝ ਅਜਿਹੇ ਲੋਕ ਵੀ ਨੇ ਜਿਨ੍ਹਾਂ ਨਾਲ ਸਾਡੀ ਮੁਲਾਕਾਤ ਵੀ ਹੁੰਦੀ ਰਹਿੰਦੀ ਹੈ, ਜਿਨ੍ਹਾਂ ਨੂੰ ਅਸੀਂ ਸੋਸ਼ਲ ਮੀਡੀਆ ਤੇ ਜਿਨ੍ਹਾਂ ਦੇ ਵਿਚਾਰ ਵੀ ਪੜ੍ਹਦੇ ਰਹਿੰਦੇ ਆ ਜਾਂ ਸੁਣਦੇ ਰਹਿੰਦੇ ਆ। ਲੋਕ ਕਹਿੰਦੇ ਨੇ ਕਿ ਧੀਆਂ ਨੂੰ ਇਹ ਚੀਜ਼ਾਂ ਨਹੀਂ ਫੱਬਦੀਆਂ, ਕੁੜੀਆਂ ਨਿੱਕਰਾਂ ਪਾ ਕੇ, ਬਣੈਣਾ ਪਾ ਕੇ ਜਦੋਂ ਮੈਦਾਨ 'ਚ ਉਤਰ ਆਉਂਦੀਆਂ ਨੇ, ਇਹ ਸ਼ੋਭਾ ਨਹੀਂ ਦਿੰਦਾ ਧੀਆਂ ਨੂੰ। ਕੀ ਲੱਗਦਾ ਉਹਨਾਂ ਨੂੰ, ਕੀ ਜਵਾਬ ਹੈ ਤੁਹਾਡਾ? ਮੈਨੂੰ ਤਾਂ ਇਹ ਜਵਾਬ ਹੈ ਜੀ ਉਹਨਾਂ ਦਾ ਵੀ ਮੈਂ ਇਹ ਗੱਲ ਕਹੂੰਗੀ ਵੀ ਜਦੋਂ ਅਸੀਂ ਨੰਗੇ ਨਾਚ ਦੇਖਦੇ ਆ, ਇੱਕ ਮੈਂ ਆਪਣੇ ਪੰਜਾਬ ਦੀ ਗੱਲ ਛੱਡ ਕੇ, ਪੰਜਾਬ ਦੇ ਵਿੱਚ ਤਾਂ ਹੁਣ ਬਹੁਤ ਬੁਰਾ ਹਾਲ ਹੋ ਗਿਆ। ਇੱਕ ਹਰਿਆਣਾ ਘੋਂਡਰ ਦੀ ਪ੍ਰਥਾ ਆ ਉੱਥੇ, ਤਾਂ ਉੱਥੇ ਇੱਕ ਲੜਕੀ ਸ਼ਰਮ ਸਟੇਜ ਤੇ ਡਾਂਸ ਕਰ ਰਹੀ ਆ। ਤੁਸੀਂ ਕਹਿੰਦੇ ਵੀ ਸਾਡੀ ਕੁੜੀ ਆ ਜਿਹੜੀ ਸਲਵਾਰ ਕਮੀਜ਼ ਪਾ ਕੇ ਨਿਕਲੇ, ਤੇ ਤੁਸੀਂ ਦੂਸਰੀ ਕੁੜੀ ਨੂੰ ਤੁਸੀਂ ਸਟੇਜ ਤੇ ਦੇਖ ਰਹੇ ਹੋ ਨੱਚਦੀ ਨੂੰ, ਉਦੋਂ ਤੁਹਾਡੀ ਸ਼ਰਮ ਕਿੱਥੇ ਚਲ ਜਾਂਦੀ ਹੈ, ਉਹ ਮਰਦਾਨਗੀ ਕਿੱਥੇ ਜਾਂਦੀ ਹੈ? ਇੱਕ ਤਰਫਾ ਹੀ ਹੋ ਗਿਆ ਨਾ ਸਾਰਾ ਕੰਮ। ਜਦੋਂ ਬੱਚੀਆਂ ਨਿੱਕਰਾਂ ਪਾ ਕੇ ਜਾਂ ਕੋਈ ਆਪਣੇ ਗਰਾਊਂਡ ਦੇ ਵਿੱਚ ਨਿਕਲੀਆਂ, ਫਿਰ ਤੁਹਾਨੂੰ ਸ਼ਰਮ ਕਿਉਂ? ਜਾਂ ਮਾਮਾ ਦਾ ਇਹ ਹੁੰਦਾ ਕਿ ਕੱਲ ਨੂੰ ਤੂੰ ਦੂਜੇ ਘਰ ਜਾਣਾ ਹੈ, ਬੱਚੇ ਬੁੱਚੇ ਕਰਨੇ ਨੇ, ਹੋਰ ਹੱਡੀ ਹੁੱਡੀ ਤੁੜਾ ਕੇ ਨਾ ਬੈਠ ਜੀਆਂ, ਇਹ ਵਾਲੇ ਕੰਮ। ਨਹੀਂ ਹੱਡੀ ਤਾਂ ਨਹੀਂ ਟੁੱਟਦੀ, ਪਰ ਮੈਂ ਤਾਂ ਇਹ ਗੱਲ ਕਹੂੰਗੀ ਵੀ ਦੇਖੋ ਸਹੁਰੇ ਘਰ ਜਾ ਕੇ ਵੀ ਤਕਲੀਫ ਹੋ ਸਕਦੀ ਹੈ। ਉਹਦੇ ਵਾਸਤੇ ਤਾਂ ਤੁਸੀਂ ਉਹਨੂੰ ਆਤਮ ਨਿਰਭਰ ਬਣਾ ਦਿਓ। ਸੱਸ ਦੀ ਕੁੱਟ ਖਾਣ ਨੂੰ ਤਾਂ ਚੰਗਾ ਹੀ ਹੈ ਵੀ ਤੁਸੀਂ ਆਪਣੇ ਆਪ ਤੇ ਸੈਲਫ ਡਿਪੈਂਡ ਰਹੇਗੀ। ਅੱਛਾ, ਮਤਲਬ ਤੁਸੀਂ ਕੁੜੀਆਂ ਨੂੰ ਇਸ ਤਰ੍ਹਾਂ ਤਿਆਰ ਕਰਨਾ ਚਾਹੁੰਦੇ ਹੋ ਜੇ ਕੱਲ ਨੂੰ ਘਰ ਵਾਲਾ ਜਾਂ ਸੱਸ ਕੁੱਟਣ ਦੀ ਜੇ ਇਦਾਂ ਦੀ ਨੌਬਤ ਆ ਜਾਏ ਤੇ ਅੱਗੋਂ ਆਪਣਾ ਬਚਾਅ ਐਕਟਿਵ ਰਹੇ ਬੱਚਾ। ਉਹ ਮਤਲਬ ਹਰ ਚੁਣੌਤੀ ਨੂੰ ਪਾਰ ਕਰਨ ਵਾਸਤੇ ਉਹਦੇ ਵਿੱਚ ਹਿੰਮਤ ਹੋਣੀ ਚਾਹੀਦੀ ਹੈ। ਇਹ ਨਹੀਂ ਉਹਨੂੰ ਕੁੱਟ ਪੈ ਰਹੀ ਹੈ ਤਾਂ ਕਮਰੇ ਵਿੱਚ ਬੰਦ ਹੋ ਕੇ ਰੋ ਰਹੀ ਹੈ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਉਹ ਬੀਤ ਚੁੱਕਾ ਹੈ, ਮੈਨੂੰ ਲੱਗਦਾ ਸਮਾਂ ਬਹੁਤ ਬੀਤ ਚੁੱਕਾ ਹੈ। ਹੁਣ ਵਾਲਾ ਸਮਾਂ ਕੁਝ ਜ਼ਿਆਦਾ ਹੀ ਐਡਵਾਂਸ ਹੈ। ਹੁਣ ਨੂੰਹਾਂ ਹੱਥ ਚੁੱਕਣਾ ਸ਼ੁਰੂ ਹੋ ਚੁੱਕਾ। ਨਹੀਂ, ਨੂੰਹਾਂ ਤਾਂ ਨਹੀਂ ਹੱਥ ਚੁੱਕਦੀਆਂ, ਪਰ ਫਿਰ ਵੀ ਹੈਗਾ ਕਿਤੇ ਨਾ ਕਿਤੇ ਇਹ ਚੀਜ਼ ਹੈਗੀ ਹੈ। ਪਰ ਮੇਰਾ ਤਾਂ ਇਹੀ ਕਹਿਣਾ ਵੀ ਬੱਚਿਆਂ ਨੂੰ ਵੀ ਤੁਸੀਂ, ਚਾਹੇ ਮੈਰਿਡ ਆ ਚਾਹੇ ਅਨਮੈਰਿਡ ਆ ਲੜਕੀ, ਤੁਸੀਂ ਆਪਣਾ ਪੈਸ਼ਨ ਨਾ ਛੁਪਾਓ। ਤੁਹਾਨੂੰ ਜਿੱਥੇ ਸ਼ੌਂਕ ਆ ਤੁਸੀਂ ਕਰੋ ਆਪਣਾ ਸ਼ੌਂਕ ਪੂਰਾ, ਪਰ ਸੈਲਫ ਡਿਪੈਂਡ ਜ਼ਰੂਰ ਸਿੱਖੋ। ਦੇਖੋ ਜੀ, ਸੋਸ਼ਲ ਮੀਡੀਆ ਦਾ ਮੈਂ ਬਿਲਕੁਲ ਵਿਰੋਧ ਨਹੀਂ ਕਰੂੰਗੀ। ਸੋਸ਼ਲ ਮੀਡੀਆ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ। ਅੱਜ ਤੁਸੀਂ ਬੈਠ ਕੇ ਮੇਰੀ ਇੰਟਰਵਿਊ ਕਰਿਓ ਤੇ ਤੁਸੀਂ ਵੀ ਇੱਕ ਵੂਮਨ ਹੋ, ਹੈ ਨਾ।
ਤੇ ਕਿੰਨੀ ਵਿਲ ਪਾਵਰ ਰੱਖਦੇ ਹੋਗੇ। ਮੈਂ ਸੋਸ਼ਲ ਮੀਡੀਆ ਦਾ ਇਹ ਕਹਿਣਾ ਚਾਹੂੰਗੀ ਕਿ ਇਹਨਾਂ ਨੇ ਸਾਨੂੰ ਬਹੁਤ ਕੁਝ ਦਿੱਤਾ, ਪਰ ਨੁਕਸਾਨ ਵੀ ਅਸੀਂ ਆਪਣੇ ਆਪ ਕਰ ਰਹੇ ਹਾਂ। ਇਹ ਸਾਡੇ ਤੇ ਡਿਪੈਂਡ ਆ। ਅਸੀਂ ਕੀ ਗੱਲ 10 ਮਿੰਟ ਅੱਧਾ ਘੰਟਾ ਅਸੀਂ ਆਪਣਾ ਮੋਬਾਈਲ ਬੰਦ ਕਰਕੇ ਅਸੀਂ ਗਰਾਊਂਡ 'ਚ ਜਾ ਸਕਦੇ ਹਾਂ, ਜਾਂ ਟੀਵੀ ਬੰਦ ਕਰਕੇ ਜਾ ਸਕਦੇ ਹਾਂ। ਅਸੀਂ ਆਪਣੇ ਆਪ ਨੂੰ ਖਰਾਬ ਕਰਤਾ। ਚਾਈਨਾ ਨੇ ਆਪਣੀ ਬਲਾ ਲਾ ਕੇ ਸਾਡੇ ਗੱਲ ਪਾਤੀ, ਇਹਨਾਂ ਨੇ ਹੱਥਾਂ 'ਚ ਮੋਬਾਈਲ ਫੜਾ ਦਿੱਤੇ, ਪਰ ਨਹੀਂ, ਇਹਨਾਂ ਨੇ ਕੰਮ ਨਹੀਂ ਆਉਣਾ। ਇਹ ਤਾਂ ਜਦੋਂ ਸਾਨੂੰ ਤਕਲੀਫ ਹੁੰਦੀ ਉਦੋਂ ਨਹੀਂ ਕੰਮ ਆਉਂਦੇ। ਇਮੀਡੀਏਟਲੀ 100 ਨੰਬਰ ਹੀ ਨਹੀਂ ਲੱਗਦਾ, ਫਿਰ ਨਾ ਅਗਲੇ ਚੱਕਦੇ ਆ। ਠੀਕ ਹੈ ਜੀ। ਇਹ ਪਰਿਵਾਰ ਜਿਹੜੇ ਨੇ, ਮਾਂ-ਬਾਪ ਜਿਹੜੇ ਨੇ ਬੜੇ ਪਰੇਸ਼ਾਨ ਨੇ। ਧੀਆਂ ਨੂੰ 6 ਵਜੇ ਤੋਂ ਬਾਅਦ ਜਦੋਂ ਘਰੋਂ ਜਾਣਾ ਪਵੇ, ਬਾਹਰ ਕਿਤੇ ਕੰਮ ਜਾਣਾ ਪਏ ਜਾਂ ਕੰਮ ਤੋਂ ਆਉਣ ਵੇਲੇ ਹਨੇਰਾ ਪੈ ਜਾਂਦਾ ਹੈ, ਤਾਂ ਮਾਂ-ਬਾਪ ਡਰਦੇ ਨੇ ਬਹੁਤ। ਇਹ ਡਰ ਖਤਮ ਕਦੋਂ ਹੋਵੇਗਾ? ਧੀਆਂ ਚਾਹੇ ਦਿਨ ਹੈ ਚਾਹੇ ਰਾਤ ਦਾ ਹਨੇਰਾ ਹੈ, ਕਦੋਂ ਸੁਰੱਖਿਅਤ ਆਪਣੇ ਆਪ ਨੂੰ ਮਹਿਸੂਸ ਕਰੂਗੀਆਂ? ਕਦੋਂ ਪਰਿਵਾਰ ਨੂੰ ਇਹ ਲੱਗੇਗਾ ਮੇਰੀ ਧੀ ਜਦੋਂ ਮਰਜ਼ੀ ਕਿਤੇ ਵੀ ਆ ਜਾ ਸਕਦੀ? ਮੈਡਮ ਜੀ, ਮੈਂ ਤਾਂ ਇੰਨੀ ਗੱਲ ਕਹੂੰਗੀ, ਦੇਖੋ ਮੰਨ ਲਓ ਮੇਰੇ ਭਰਾ ਆ, ਮੇਰਾ ਬ੍ਰਦਰ ਆ, ਮੈਨੂੰ ਕਹਿ ਰਿਹਾ ਵੀ ਸੀਮਾ ਦੀਦੀ ਤੁਸੀਂ 6 ਵਜੇ ਤੋਂ ਬਾਅਦ ਬਾਹਰ ਨਹੀਂ ਨਿਕਲਣਾ, ਖੁਦ ਤੋਂ ਦੂਸਰੀ ਕੁੜੀ ਨੂੰ ਛੇੜ ਰਿਹਾ ਹੈ। ਇਹ ਕਿੱਥੇ ਤੱਕ ਠੀਕ ਹੈ? ਤੁਸੀਂ ਪਹਿਲਾਂ ਆਪਣੇ ਕੁੜੀਆਂ ਨੂੰ ਮਨਾ ਕਰਨ ਤੋਂ ਪਹਿਲਾਂ ਆਪਣੇ ਮੁੰਡਿਆਂ ਨੂੰ ਸੁਧਾਰੋ। ਕੁੜੀਆਂ ਵਾਸਤੇ ਸਭ ਕੁਝ ਨਹੀਂ ਬਣਿਆ। ਤੁਸੀਂ ਦੂਸਰੀ ਕੁੜੀਆਂ ਨੂੰ ਛੇੜ ਰਹੇ ਹੋ, ਆਪਣੀਆਂ ਤੁਸੀਂ ਘਰ ਬਿਠਾਤੀਆਂ। ਨਹੀਂ, ਤੁਸੀਂ ਸਾਰਿਆਂ ਨੂੰ ਸਨਮਾਨ ਦੇਖੋ, ਸਾਰਿਆਂ ਨੂੰ ਸਭਿਅਤਾ ਦਿਓ, ਕੁੜੀਆਂ ਨੂੰ ਵੀ ਦਿਓ, ਮੁੰਡਿਆਂ ਨੂੰ ਵੀ ਦਿਓ, ਸਿੱਖਿਆ ਦਿਓ ਵੀ ਨਹੀਂ ਬੇਟਾ ਇਹ ਚੀਜ਼ ਮਾੜੀ ਹੈ। ਕੱਲ ਨੂੰ ਦੇਖੋ ਜੇਲਾਂ ਭਰੀਆਂ, ਫੋਨਾਂ 'ਤੇ ਕਿਸੇ ਨੂੰ ਗਲਤ ਕੰਡਕਟ ਕਰਕੇ ਕਿਸੇ ਨਾਲ ਦੋਸਤੀ ਕਰ ਰਿਹਾ, ਮੁੜ ਕੇ ਵਿਚਾਰੇ ਜੇਲ੍ਹ ਬੈਠੇ ਆ। ਇਹ ਗੱਲ ਖਰਾਬ ਆ। ਅਤੇ ਬਾਕੀ ਚਿੰਤਾ ਦੀ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ, ਬੱਚਿਆਂ ਨੂੰ ਮੇਰੀ ਤਾਂ ਉਹੀ ਗੱਲ ਆ ਵੀ ਤੁਸੀਂ ਬੱਚਿਆਂ ਨੂੰ ਸੈਲਫ ਡਿਪੈਂਡ ਬਣਾਓ। 6 ਵਜੇ ਤੋਂ ਬਾਅਦ ਨਿਕਲਦਾ ਕੀ ਆ, ਉਹ ਵਿਚਾਰੀਆਂ ਉਹਨਾਂ ਨੇ ਕਿਹੜਾ ਕਿਸੇ ਦਾ ਕਰਜ਼ਾ ਦੇਣਾ ਹੈ। ਠੀਕ ਹੈ ਨਾ, ਵੀ ਤੁਸੀਂ ਬੱਚਿਆਂ ਨੂੰ ਇਸ ਲਾਇਕ ਬਣਾਓ ਵੀ ਉਹ ਨਿਡਰ ਹੋਣ। ਤੁਸੀਂ ਮੁੰਡਿਆਂ ਵਰਗੀ ਉਹਨਾਂ ਨੂੰ ਪਰਵਿਸ਼ ਦਿਓ। ਜਿਸ ਤਰ੍ਹਾਂ ਜਿੱਦਾਂ ਤੁਸੀਂ ਮੁੰਡਿਆਂ ਨੂੰ ਕਹਿ ਰਹੇ ਹੋ, ਉੱਦਾਂ ਤੁਸੀਂ ਕੁੜੀਆਂ ਨੂੰ ਵੀ ਦਿਓ ਸੈਲਫ ਡਿਪੈਂਡ। ਠੀਕ ਹੈ ਨਾ, ਅਤੇ ਇਹਦੇ ਵਿੱਚ ਤਾਂ ਮਾਪਿਆਂ ਦਾ ਬਹੁਤ ਵੱਡਾ ਰੋਲ ਹੈ। ਮਾਪਿਆਂ ਨੂੰ ਅੱਗੇ ਆਉਣਾ ਪਏਗਾ। ਮਾਪਿਓ ਭੇਜ ਕੇ ਖੁਸ਼ ਨਹੀਂ ਹੈ ਗਰਾਊਂਡ ਦੇ ਵਿੱਚ, ਹੈ ਨਾ। ਤੁਸੀਂ ਸਿਨੇਮਾ ਦੇਖਣ ਵਾਸਤੇ ਕਹਿਣਾ, ਜਾਂ ਸਿਨੇਮਾ ਵੀ ਅੱਜ ਕੱਲ੍ਹ ਖਤਮ ਹੋ ਗਿਆ, ਅੱਜ ਕੱਲ੍ਹ ਸਿਨੇਮੇ ਵੀ ਖਤਮ ਹੋ ਗਏ। ਅਤੇ ਪਾਰਟੀ ਵਾਸਤੇ ਕਹਿਣ ਵਾਸਤੇ ਬੱਚਿਆਂ ਤੋਂ ਤੁਸੀਂ ਭੇਜ ਦਿੰਦੇ ਹੋ, ਅਤੇ ਗਰਾਊਂਡ 'ਚ ਨਹੀਂ ਭੇਜਣਾ। ਮੈਨੂੰ ਲੱਗਦਾ ਫਿਰ ਇੱਥੇ ਤੁਹਾਨੂੰ ਲੱਗਦਾ ਕਿ ਗਲਤੀ ਮਾਂ-ਬਾਪ ਦੀ? ਬਿਲਕੁਲ ਡੈਫੀਨੇਟਲੀ। ਅਸੀਂ ਆਪਣੇ ਬੱਚਿਆਂ ਲਈ ਟਾਈਮ ਨਹੀਂ ਕੱਢ ਰਹੇ। ਸਾਡੇ ਕੋਲ 10 ਮਿੰਟ ਨਹੀਂ ਹੈਗੇ ਬੱਚਿਆਂ ਵਾਸਤੇ। ਮੈਂ ਤਾਂ ਵੀ ਪੇਰੈਂਟਸ ਨੂੰ ਕਹਿੰਦੀ ਵੀ ਤੁਸੀਂ ਖੁਦ ਗਰਾਊਂਡ 'ਚ ਆਓ ਨਾਲ। ਜੇ ਤੁਸੀਂ ਬੱਚਿਆਂ ਨੂੰ ਤੁਸੀਂ ਨਹੀਂ ਇਕੱਲੇ ਛੱਡ ਸਕਦੇ, ਤੁਸੀਂ ਖੁਦ ਆ ਜਾਓ, ਪਰ ਨਹੀਂ, ਆਉਣਾ ਨਹੀਂ। ਠੀਕ ਹੈ ਜੀ। ਇਹਦੇ ਵਿੱਚ ਸਿਸਟਮ ਸਾਰਾ ਸਾਡਾ ਖਰਾਬ ਹੋ ਗਿਆ, ਤੁਹਾਨੂੰ ਚੇਂਜ ਕਰਨਾ ਪੈਣਾ ਹੈ। ਜੇ ਇੱਕ ਮਾਂ ਹੈ ਨਾ, ਮਾਂ ਨੂੰ ਵੀ ਬੇਟੀ ਨੂੰ ਇਸ ਕਾਬਿਲ ਬਣਾਉਣਾ ਪਏਗਾ ਕਿ ਬੇਟਾ ਤੂੰ ਕੁਛ ਨਾ ਕੁਛ ਕਰ ਅੱਗੇ ਹੋ ਕੇ। ਪਹਿਲਾਂ ਜਿਹੜਾ ਸਮਾਂ ਹੁੰਦਾ ਸੀ, ਕੁੜੀਆਂ ਤੁਸੀਂ ਕਹਿ ਰਹੇ ਹੋ ਕਿ ਕਿਕ ਬਾਕਸਿੰਗ, ਰੈਸਲਿੰਗ ਦੇ ਵਿੱਚ, ਐਥਲੈਟਿਕਸ ਦੇ ਵਿੱਚ ਪਾਰਟ ਲੈਂਦੀਆਂ ਸੀਗੀਆਂ, ਆਪਣੇ ਆਪ ਨੂੰ ਜਿਹੜਾ ਇੰਨਾ ਕੁ ਕੈਪੇਬਲ ਬਣਾ ਲੈਂਦੀਆਂ ਸੀ ਕਿ ਉਹਨਾਂ ਨੂੰ ਡਰਨ ਦੀ ਲੋੜ ਨਹੀਂ ਪੈਂਦੀ ਸੀ। ਦੇਸ਼ ਦੁਨੀਆ ਦੇ ਕਿਸੇ ਵੀ ਹਿੱਸੇ ਉਹ ਇਸ ਤਰ੍ਹਾਂ ਇਕੱਲੀਆਂ ਤੇ ਨਿਡਰ ਹੋ ਕੇ ਜਾ ਸਕਦੀਆਂ ਸਨ। ਪਰ ਅੱਜ ਆਪਸ਼ਨਸ ਹੀ ਕੁਝ ਇਸ ਤਰ੍ਹਾਂ ਆ ਗਈਆਂ ਨੇ। ਮਾਡਲਿੰਗ ਨੂੰ ਕਿਸ ਤਰ੍ਹਾਂ ਦੇਖਦੇ ਹੋ? ਇਹ ਜਿਹੜੇ ਪ੍ਰੋਫੈਸ਼ਨਸ ਨੇ, ਚਾਹੇ ਉਹ ਸਿੰਗਿੰਗ ਹੈ, ਮਾਡਲਿੰਗ ਹੈ, ਐਕਟਿੰਗ ਹੈ, ਅਜਿਹੇ ਪ੍ਰੋਫੈਸ਼ਨਸ ਨੂੰ ਕਿਸ ਤਰ੍ਹਾਂ ਦੇਖਦੇ? ਨਹੀਂ, ਅੱਜ ਦਾ ਦੇਖੋ ਜੀ, ਯੁੱਗ ਚੇਂਜ ਹੋ ਗਿਆ। ਸਾਡੇ ਟਾਈਮ 'ਤੇ ਸਾਰੇ ਭਲਵਾਨ ਹੀ ਹੁੰਦੇ ਸੀਗੇ। ਉਸ ਟਾਈਮ ਕਹਿਣਾ ਜੀ ਚਲੋ ਜੀ ਹੋਰ ਨਹੀਂ ਕੁਛ ਕਰਨ ਵਾਸਤੇ ਹੈਗਾ ਅਤੇ ਤੁਸੀਂ ਗਰਾਊਂਡ 'ਚ ਚਲੋ। ਅੱਜ ਹਰ ਇੱਕ ਫੀਲਡ ਚੇਂਜ ਹੋ ਗਈ ਹੈ। ਲੜਕੀਆਂ ਐਂਕਰ ਵੀ ਨੇ, ਲੜਕੀਆਂ ਫੈਸ਼ਨ ਡਿਜ਼ਾਈਨਰ ਵੀ ਕਰ ਰਹੀਆਂ ਨੇ। ਅਤੇ ਉਸ ਟਾਈਮ ਇਹ ਚੀਜ਼ਾਂ ਸਾਡੀ ਪਹੁੰਚ ਤੋਂ ਬਾਹਰ ਸੀਗੀਆਂ ਅਤੇ ਕੁਛ ਨਹੀਂ ਕਰ ਸਕਦੇ ਸੀਗੇ। ਚੀਜ਼ਾਂ ਠੀਕ ਹੈ, ਬਹੁਤ ਕੁਛ ਆ। ਬੱਚਿਆਂ ਨੂੰ ਅੱਗੇ ਵੱਧ ਕੇ ਬਹੁਤ ਕੁਛ ਕਰਨਾ ਵੀ ਚਾਹੀਦਾ ਹੈ। ਕਹਿੰਦੇ ਕੁੜੀਆਂ ਮੋਢੇ ਨਾਲ ਮੋਢਾ ਮਿਲਾ ਕੇ ਚੱਲ ਰਹੀਆਂ ਨੇ। ਤੁਹਾਨੂੰ ਲੱਗ ਰਿਹਾ ਕਿ ਚੱਲ ਰਹੀਆਂ ਜਾਂ ਬਰਾਬਰ ਦੇ ਹੱਕ ਮਿਲ ਰਹੇ ਨੇ ਧੀਆਂ ਨੂੰ? ਨਹੀਂ ਜੀ, ਨਹੀਂ ਮਿਲ ਰਹੇ। ਇਹ ਤਾਂ ਸਿਰਫ ਇੱਕ ਹੁਣ ਗੱਲਾਂ ਰਹਿ ਗਈਆਂ। ਤੁਸੀਂ ਉਹੀ ਗੱਲ ਆ ਗਈ ਜੀ ਵੀ 8 ਮਾਰਚ ਆ ਗਈ ਹੈ ਜੀ, ਹੁਣ ਕੁੜੀਆਂ ਨੂੰ ਬਸ ਤੁਸੀਂ ਸਨਮਾਨ ਕਰੋ। ਇਹ ਮਹਿਲਾ ਦਿਵਸ ਆ ਗਿਆ, ਜਾਂ ਫਿਰ ਧੀਆਂ ਦੀ ਲੋਹੜੀ ਆ ਗਈ। ਪਰ ਇਹ ਚੀਜ਼ਾਂ ਸਾਰੀਆਂ ਕਹਿੰਦੀਆਂ ਜੀ, ਕੁਛ ਨਹੀਂ। ਸਾਲ ਦਾ ਇੱਕ ਦਿਨ ਹੀ ਹੁੰਦਾ ਜਦੋਂ ਇੱਕ ਦਿਨ ਜੀ, ਇੱਕ ਦਿਨ। ਬਾਕੀ ਸਾਰੀਆਂ ਕਹਿਣ ਦੀਆਂ ਗੱਲਾਂ ਹੈ, ਕਿਉਂਕਿ ਮੈਂ ਤਾਂ ਵਿਚਰਦੀ ਹਾਂ ਲੋਕਾਂ ਦੇ ਵਿੱਚ। ਲੋਕਾਂ ਨੂੰ ਮੈਂ ਦੇਖਦੀ ਹਰ ਇੱਕ ਸਟੇਟ ਦੇ ਵਿੱਚ ਜਾਣਾ, ਹਰ ਇੱਕ ਲੋਕਾਂ ਨਾਲ ਗੱਲ ਕਰਨੀ, ਪਰ ਨਹੀਂ, ਉਹ ਦਿਲਾਂ 'ਚ ਭਾਵਨਾ ਨਹੀਂ ਖਤਮ ਹੋਈ ਹੋਈ ਜੀ। ਇਹ ਚੀਜ਼ ਖਤਮ ਕਰਨੀ ਪੈਣੀ। ਜਿਹੜੇ ਸਾਡੇ ਅੰਦਰ ਕੀੜਾ ਵੜ ਗਿਆ ਨਾ, ਸਾਡੀ ਸੋਚ ਜਿਹੜੀ ਖਰਾਬ ਹੋ ਗਈ, ਇਹ ਖਰਾਬ ਚੇਂਜ ਕਰਨਾ ਪੈਣਾ। ਔਰਤ ਦੇ ਸਰੀਰ ਨੂੰ ਸਰੀਰ ਹੀ ਨਹੀਂ ਸਮਝਿਆ ਜਾਂਦਾ ਕਈ ਵਾਰ। ਜੀ ਬਿਲਕੁਲ, ਖਿਡੌਣਾ ਸਮਝਿਆ ਜਾਂਦਾ ਹੈ, ਖਿਲਵਾੜ ਕੀਤਾ ਜਾਂਦਾ ਇਸ ਤਰ੍ਹਾਂ ਭਾਵਨਾਵਾਂ ਦੇ ਨਾਲ, ਸਰੀਰ ਦੇ ਨਾਲ। ਤੇ ਇਹ ਸਮਾਜ ਦੇ ਵਿੱਚ ਜਿਹੜੇ ਗੰਦੇ ਅਨਸਰ ਨੇ, ਇਹ ਕਦੋਂ ਸੁਧਰਨਗੇ? ਸਿਸਟਮ ਦੇ ਵਿੱਚ ਕਮੀ ਕਿੱਥੇ ਆ ਰਹੀ? ਸਿਸਟਮ ਦੇ ਵਿੱਚ ਦੇਖੋ ਜੀ, ਮੈਂ ਤਾਂ ਉਹੀ ਬਾਰ-ਬਾਰ ਗੱਲ ਕਹੂੰਗੀ ਵੀ ਕੁੜੀਆਂ ਸੈਲਫ ਡਿਪੈਂਡ ਹੋ ਜਾਣ। ਬੱਚਿਆਂ ਨੂੰ ਤਾਕਤਵਰ ਹੋਣਾ ਪੈਣਾ ਇਸ ਮਾਮਲੇ ਦੇ ਵਿੱਚ ਵੀ ਤੁਸੀਂ ਬੇਟਾ
ਇਹ ਕੋਈ ਸਰਕਾਰੀ ਪ੍ਰਾਪਰਟੀ ਨਹੀਂ ਜਿਹੜਾ ਮਰਜ਼ੀ ਛੂਹ ਕੇ ਚੱਲ ਜਾਵੇ। ਸਰਕਾਰੀ ਪ੍ਰਾਪਰਟੀ ਨਹੀਂ ਹੈ, ਤੁਸੀਂ ਆਪਣੇ ਆਪ ਨੂੰ ਸੰਭੋ। ਮੈਂ ਹੁਣ ਪੁਲਿਸ 'ਚ ਨੌਕਰੀ ਕਰ ਰਹੀ ਹਾਂ ਤੇ ਮੈਨੂੰ ਬਹੁਤ ਲੋਕ ਮਿਲਦੇ ਦਾਰੇ, ਪਰ मैं परवाह नहीं करती किसी की। कोई आंसर से टच करे, मैं भाई सर ये प्रॉपर्टी सरकारी नहीं है, ये मेरी खुद की प्रॉपर्टी है, ठीक है। तो इसे करके बच्चों को ਸੈਲਫ ਡਿਪੈਂਡ ਹੋਣਾ ਪੈਣਾ ਹੈ। ਪਿੱਛੇ ਜੇ ਸਾਡੀ ਇੱਕ ਮੁਲਾਕਾਤ ਹੋਈ ਸੀ ਪੰਜਾਬ ਪੁਲਿਸ ਦੀਆਂ ਮੁਲਾਜ਼ਮਾਂ ਸਾਨੂੰ ਔਰਤਾਂ ਖੜੀਆਂ ਹੋਈਆਂ ਸੀ ਕਿਤੇ, ਤਾਂ ਵੈਸੇ ਹੀ ਗੱਲਬਾਤ ਸ਼ੁਰੂ ਹੋ ਗਈ। ਤਾਂ ਕਹਿੰਦੇ ਕਿ ਇਹ ਵਹਿਮ ਹੈ ਤੁਹਾਡਾ ਕਿ ਜੇ ਅਸੀਂ ਖਾਕੀ ਵਰਦੀ ਪਾਈਏ ਤੇ ਅਸੀਂ ਸੁਰੱਖਿਅਤ ਹਾਂ। ਸਾਡੇ ਨਾਲ ਵੀ ਉਹ ਸਭ ਕੁਝ ਹੁੰਦਾ ਜਿਹੜਾ ਆਮ ਕੁੜੀਆਂ ਦੇ ਨਾਲ ਹੁੰਦਾ। ਸਾਨੂੰ ਵੀ ਕੁੜੀ ਨਹੀਂ ਸਮਝਿਆ ਜਾਂਦਾ, ਬੋਲਣ ਲੱਗੇ ਨਹੀਂ ਦੇਖਦੇ ਕਿ ਕੁੜੀ ਸਾਹਮਣੇ ਖੜੀ ਹੈ ਤੇ ਕਿਹੜੇ ਸ਼ਬਦਾਂ ਦੀ ਵਰਤੋਂ ਕੀਤੀ ਜਾਵੇ। ਤਾਂ ਬੜੀ ਸ਼ਰਮ ਆਉਂਦੀ ਹੈ ਇਹ ਦੇਖ ਕੇ, ਇਹ ਸੁਣ ਕੇ ਕਿ ਇੰਨੇ ਮਾੜੇ ਹਾਲਾਤ ਹੋ ਗਏ ਨੇ ਸਾਡੇ ਸਮਾਜ ਦੇ। ਜੀ ਬਿਲਕੁਲ, ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ। ਦੇਖੋ ਜੀ, ਮੇਰਾ 25 ਸਾਲ ਮੈਨੂੰ ਨੌਕਰੀ ਹੋ ਗਈ ਪੁਲਿਸ 'ਚ ਕਰਦੇ ਨੂੰ। ਗੇਮ ਦੇ ਵਿੱਚ ਵੀ ਮੈਂ ਕਾਫੀ ਸਾਲ ਰਹੀ ਹਾਂ ਅਤੇ ਬਿਲਕੁਲ ਸੱਚ ਹੈ ਇਹ ਗੱਲ। ਉਹਨਾਂ ਨੂੰ ਨਹੀਂ ਕਿਸੇ ਦਾ ਮਤਲਬ, ਸਾਹਮਣੇ ਸਾਡੀ ਕਾਰਮਿਕ ਖਲੀ ਮਹਿਲਾ ਕਾਰਮਿਕ ਆ, ਅਸੀਂ ਕਿਸ ਤਰ੍ਹਾਂ ਉਹਨੂੰ ਤਮੀਜ਼ ਨਾਲ ਬੁਲਾਉਣਾ ਹੈ, ਇਹ ਚੀਜ਼ਾਂ ਖਤਮ ਹੋ ਗਈਆਂ। ਪਹਿਲੇ ਇੱਕ ਡਿਸਿਪਲਿਨ ਹੁੰਦਾ ਸੀ ਫੌਜ ਦੇ ਵਿੱਚ ਜਾਂ ਸਟੇਟ ਪੁਲਿਸ ਦੇ ਵਿੱਚ, ਉਹ ਚੀਜ਼ਾਂ ਖਤਮ ਹੋ ਗਈਆਂ। ਅੱਜ ਇਹਨਾਂ ਨੂੰ ਹੈ ਹੀ ਨਹੀਂ ਹੈ। ਸ਼ਰੇਆਮ ਗਾਲੀ ਕੱਢਣੀ, ਸ਼ਰੇਆਮ ਆਪਣੇ ਪਾਰਟਸ ਨੂੰ ਇਸ ਤਰ੍ਹਾਂ ਹੱਥ ਲਾਉਣਾ ਵੀ ਅਗਲਾ ਸ਼ਰਮਿੰਦਾ ਹੋ ਜਾਵੇ, ਹੈ ਨਾ। ਇਹ ਚੀਜ਼ਾਂ ਸ਼ੋਭਾ ਨਹੀਂ ਦਿੰਦੀਆਂ। मैं तो डांट देनी है, मैं तो डांट देनी चीज़ भाई साहब थोड़ा सा साइड पे होके खुजलाओ, ऐसे मत खुजलाओ सबके सामने कि हमारे को शर्म आ जाए। तो क्योंकि मैं जख्म बहुत देखे है, इन्हें चीज़ों को मैं बिल्कुल बर्दाश्त नहीं करूँगी। कोई अनसैसरी सानू टच करे ਜਾਂ ਅਨਸੈਸਰੀ ਕਿਸੇ ਧੀਆਂ ਬੱਚਿਆਂ ਨੂੰ ਟੱਚ ਕਰੇ, ਤੇ ਮੈਂ ਬਹੁਤ ਖਿਲਾਫ ਇਸ ਚੀਜ਼ ਦੇ। ਵਰਦੀ ਵਾਲਿਆਂ ਨੂੰ ਦੇਖ ਕੇ ਤਾਂ ਸਾਨੂੰ ਖੁਸ਼ੀ ਹੋਣੀ ਚਾਹੀਦੀ ਹੈ ਕਿ ਸਾਡੀ ਸੁਰੱਖਿਆ ਦੇ ਲਈ ਖੜੇ ਨੇ, ਤੇ ਡਿਪਾਰਟਮੈਂਟ ਦੇ ਵਿੱਚ ਜੋ ਹੋ ਰਿਹਾ ਹੈ ਇਹ ਬੜਾ ਸ਼ਰਮਿੰਦਾ ਕਰਨ ਵਾਲਾ। ਹਾਂਜੀ ਬਿਲਕੁਲ ਬਿਲकुल, ਪਰ ਮੈਨੂੰ ਇਹ ਵੀ ਹੈ ਵੀ ਉੱਥੇ ਵੀ ਸੁਰੱਖਿਆ ਹੋਣੀ ਚਾਹੀਦੀ ਹੈ ਆਪਣੇ ਆਪ 'ਚ। ਕੁੜੀਆਂ ਕਿਉਂ ਡਰਦੀਆਂ ਹੈ? ਕੀ ਦੇਣਾ ਤੁਸੀਂ ਇਹਨਾਂ ਦਾ? ਤੁਸੀਂ ਇਹਨਾਂ ਨੂੰ ਮੂੰਹ ਤੋੜ ਜਵਾਬ ਕਿਉਂ ਨਹੀਂ ਦੇ ਰਹੀਆਂ? ਤੁਸੀਂ ਵਰਦੀ ਪਾਈ ਹੈ, ਤੁਸੀਂ ਆਪਣੇ ਵਾਸਤੇ ਤਾਂ ਲੜੋ, ਤੁਸੀਂ ਦੂਜੇ ਵਾਸਤੇ ਨਹੀਂ ਲੜ ਸਕਦੇ ਨਾ ਲੜੋ, ਕੋਈ ਪ੍ਰੋਬਲਮ ਨਹੀਂ ਹੈ। ਪਰ ਮੈਂ ਤਾਂ ਦੂਜੇ ਵਾਸਤੇ ਵੀ ਲੜ ਰਹੀ ਹਾਂ ਵੀ ਨਹੀਂ, ਇੱਦਾਂ ਨਹੀਂ ਹੋਣਾ ਚਾਹੀਦਾ। ਅੱਜ ਮਹਿਲਾ ਦਿਵਸ 'ਤੇ ਤੁਸੀਂ ਇੱਕ ਦਿਨ ਨਾ ਮੰਨ ਕੇ ਚੱਲੋ, ਜੈਂਟਸ ਨੂੰ ਹਮੇਸ਼ਾ ਲੇਡੀਜ਼ ਦੀ ਇੱਜ਼ਤ ਕਰਨੀ ਚਾਹੀਦੀ ਹੈ, ਚਾਹੇ ਕੋਈ ਵੀ ਡਿਪਾਰਟਮੈਂਟ ਹੈ। ਆਪਾਂ ਵਿਚਰਦੇ ਹਾਂ ਹਰ ਚੀਜ਼ ਦੇ ਵਿੱਚ, ਕੋਈ ਸਕੂਲ ਟੀਚਰ ਆ, ਕੋਈ ਪੁਲਿਸ ਡਿਪਾਰਟਮੈਂਟ ਆ, ਜਾਂ ਕੋਈ ਹੋਰ ਕੋਈ ਮਹਿਕਮਾ ਆ, ਨਹੀਂ ਔਰਤ ਨੂੰ ਤੁਸੀਂ ਕਠਪੁਤਲੀ ਨਾ ਸਮਝੋ, ਅਨਸੈਸਰੀ ਹੱਥ ਨਾ ਲਾਓ ਜਿਹੜਾ ਅਗਲਾ ਮਨ ਦੁਖੇ। ਤੇ ਮੈਂ ਤਾਂ ਇੰਨੀ ਗੱਲ ਜ਼ਰੂਰ ਕਹੂੰਗੀ ਵੀ ਜੇ ਤੁਹਾਨੂੰ ਕੋਈ ਹੱਥ ਲਾ ਰਿਹਾ ਤਾਂ ਤੁਸੀਂ ਫਿਰ ਮੂੰਹ ਤੋੜ ਜਵਾਬ ਦੇ ਦਿਓ, ਅਗਲੇ ਦੇ ਭਾਵੇਂ ਮੂੰਹ 'ਚੋਂ ਖੂਨ ਨਿਕਲਿਆ ਵੇ। ਬਸ ਇੰਨਾ ਮੇਰਾ ਕਹਿਣਾ ਜੀ। ਲੋਕਾਂ ਦੇ ਇਹ ਵੀ ਸਵਾਲ ਹੋਣਗੇ ਕਿ ਜੇ ਅਸੀਂ ਇਹ ਕਹਿ ਰਹੇ ਹਾਂ ਕਿ ਸਾਲ ਦੇ ਸਾਰੇ ਦਿਨ ਔਰਤਾਂ ਲਈ ਹੋਣੇ ਚਾਹੀਦੇ ਨੇ, ਹਰ ਸਾਲ ਦੇ ਬਾਕੀ ਦਿਨਾਂ ਨੂੰ ਵੀ ਜਿਹੜਾ ਹੈ ਵੂਮਨਸ ਡੇ ਵਾਂਗੂ ਮਨਾਉਣਾ ਚਾਹੀਦਾ, ਤਾਂ ਸਾਡਾ ਇਹ ਜਵਾਬ ਹੈ ਕਿ ਹਰ ਵਿਅਕਤੀ ਉਡੀਕ ਕਰ ਰਿਹਾ ਹੁੰਦਾ ਕਿ ਸੋਸ਼ਲ ਮੀਡੀਆ ਦੇ ਕਿਸੇ ਨਾ ਕਿਸੇ ਪਲੇਟਫਾਰਮ ਰਾਹੀਂ ਕਿਸੇ ਪਾਰਟਿਕੂਲਰ ਦਿਨ, ਜਿਸ ਤਰ੍ਹਾਂ ਵੂਮਨਸ ਡੇ ਤੇ ਕਿਸੇ ਅਜਿਹੀ ਮਹਿਲਾ ਦੇ ਨਾਲ ਮੁਲਾਕਾਤ ਹੋਵੇਗੀ ਜੋ ਮੋਟੀਵੇਸ਼ਨ ਦਾ ਇੱਕ ਸੋਰਸ ਹੋਵੇਗੀ, ਜੋ ਸਾਨੂੰ ਪ੍ਰੇਰਨਾ ਦੇਵੇਗੀ। ਤਾਂ ਇਸੇ ਤਰ੍ਹਾਂ ਸ਼ਾਇਦ ਤੁਹਾਨੂੰ ਵੀ ਉਡੀਕ ਹੋਵੇਗੀ ਕਿ ਅੱਜ ਵੂਮਨਸ ਡੇ ਦੇ ਮੌਕੇ ਤੇ ਅਸੀਂ ਤੁਹਾਡੀ ਮੁਲਾਕਾਤ ਕਿਹਨਾਂ ਨਾਲ ਕਰਵਾ ਰਹੇ ਹਾਂ। ਤਾਂ ਅੱਜ ਇਹਨਾਂ ਨਾਲ ਮੁਲਾਕਾਤ ਇਸ ਲਈ ਨਹੀਂ ਕਰਵਾਈ ਕਿ ਅੱਜ ਵਿਮਨਸ ਡੇ ਹੈ, ਇਹਨਾਂ ਨਾਲ ਮੁਲਾਕਾਤ ਇਸ ਲਈ ਕਰਵਾਈ ਹੈ ਕਿ ਸਾਲ ਦੇ 365 ਦਿਨ ਵਿਮਨਸ ਡੇ ਹੈ। ਕਿਉਂਕਿ ਜੇ ਔਰਤ ਆਪਣੀ ਜ਼ਿੰਦਗੀ ਦਾ ਹਰ ਦਿਨ ਹਰ ਪਲ ਆਪਣੇ ਪਰਿਵਾਰ ਦੇ ਲਈ ਤੇ ਸਮਾਜ ਦੇ ਲਈ ਕੁਰਬਾਨ ਕਰ ਰਹੀ ਹੈ, ਤਾਂ ਔਰਤ ਨੂੰ ਕਿਉਂ ਇੱਜ਼ਤ ਨਹੀਂ ਦਿੱਤੀ ਜਾਂਦੀ? ਔਰਤ ਨੂੰ ਕਿਉਂ ਕਠਪੁਤਲੀ ਸਮਝਿਆ ਜਾਂਦਾ ਹੈ? ਸਿਰਫ ਔਰਤ ਦੀ ਹੀ ਨਹੀਂ, ਇੱਥੇ ਹਰ ਇਨਸਾਨ, ਹਰ ਵਿਅਕਤੀ ਦੀ ਇੱਜ਼ਤ, ਹਰ ਵਿਅਕਤੀ ਦੇ ਹੱਕ ਦੀ ਗੱਲ ਕਰਾਂਗੇ। ਸਮਾਜ ਦੇ ਹਰ ਵਿਅਕਤੀ, ਹਰ ਪੱਖ, ਹਰ ਕਿਸੇ ਨੂੰ ਜਿਹੜਾ ਹੈ ਇੱਕੋ ਬਰਾਬਰ ਨਜ਼ਰ ਦੇ ਨਾਲ ਦੇਖਣਾ ਚਾਹੀਦਾ ਹੈ। ਸਮਾਜ ਦਾ ਆਉਣ ਵਾਲਾ ਜਿਹੜਾ ਕੱਲ ਹੈ ਇਹ ਸੋਹਣਾ ਹੋਣਾ ਚਾਹੀਦਾ ਹੈ। ਸਾਨੂੰ ਡਰ ਨਹੀਂ ਲੱਗਣਾ ਚਾਹੀਦਾ ਇਹ ਸੋਚ ਕੇ ਕਿ ਜਿਹੜੀ ਸਾਡੀ ਅਗਲੀ ਪੀੜ੍ਹੀ ਹੈ ਜਦੋਂ ਉਹ ਇਸ ਦੁਨੀਆ ਦੇ ਵਿੱਚ ਆਵੇਗੀ ਤਾਂ ਪਤਾ ਨਹੀਂ ਕਿੰਨੀ ਕੁ ਸੁਰੱਖਿਅਤ ਹੋਵੇਗੀ, ਜਾਂ ਪਤਾ ਨਹੀਂ ਅਸੀਂ ਆਪਣੇ ਬੱਚਿਆਂ ਨੂੰ ਇਕੱਲਾ ਕਿਤੇ ਜਾਣ ਦੇਣ ਜੋਗੇ ਹੋਵਾਂਗੇ ਜਾਂ ਨਹੀਂ। ਤਾਂ ਇਹਨਾਂ तमाम ਸਵਾਲਾਂ ਦੇ ਜਵਾਬ ਤੁਹਾਨੂੰ ਉਦੋਂ ਮਿਲਣਗੇ ਜਦੋਂ ਸ਼ੁਰੂਆਤ ਤੁਸੀਂ ਆਪਣੇ ਘਰ ਤੋਂ ਕਰੋਗੇ। ਕੁੜੀਆਂ ਨੂੰ ਇਹ ਕਹਿਣ ਨਾਲੋਂ ਚੰਗਾ ਕਿ ਨੇਰੇ ਪਏ ਬਾਹਰ ਨਾ ਜਾ, ਕੱਪੜੇ ਢੰਗ ਦੇ ਪਾ। ਤੁਸੀਂ ਆਪਣੇ ਘਰ ਦੇ ਮੁੰਡਿਆਂ ਨੂੰ, ਜਿੰਨੇ ਵੀ ਮਰਦ ਨੇ, ਉਹਨਾਂ ਨੂੰ ਇਹ ਸਮਝਾਓ ਕਿ ਜੇ ਧੀ ਭੈਣ ਤੁਹਾਡੀ ਹੈ ਤੇ ਧੀ ਭੈਣ ਕਿਸੇ ਹੋਰ ਦੀ ਵੀ ਹੈ। ਹਰ ਔਰਤ ਨੂੰ, ਹਰ ਧੀ ਨੂੰ, ਹਰ ਭੈਣ ਨੂੰ ਬਰਾਬਰ ਦੀ ਤੇ ਇੱਜ਼ਤ ਦੀ ਨਿਗਾਹ ਨਾਲ ਦੇਖਣਾ ਬਹੁਤ ਜ਼ਰੂਰੀ ਹੈ। ਤਾਂ ਹੀ ਸਾਲ ਦੇ 365 ਦਿਨ ਜਿਹੜੇ ਨੇ ਉਹ ਵਿਮਨਸ ਡੇ ਵਾਂਗ ਅਸੀਂ ਮਨਾ ਸਕਾਂਗੇ। ਬਹੁਤ ਬਹੁਤ ਧੰਨਵਾਦ ਕਰਾਂਗੇ ਸੀਮਾ ਥਾਪਰ ਜੀ ਦਾ ਸਾਨੂੰ ਸਮਾਂ ਦੇਣ ਲਈ। ਥੈਂਕ ਯੂ ਮੈਮ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਜਲਦੀ ਹਾਜ਼ਰ ਹੋਵਾਂਗੇ ਨਵੀਆਂ ਸ਼ਖਸੀਅਤਾਂ ਦੇ ਨਾਲ। ਫਿਲਹਾਲ ਲਈ ਮੈਨੂੰ ਦਿਓ ਇਜਾਜ਼ਤ। ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਸੁਮਨ ਜੇਟਲੀ, ਡੇਲੀ ਪੋਸਟ ਪੰਜਾਬੀ, ਜਲੰਧਰ। ਸਤਿ ਸ਼੍ਰੀ ਅਕਾਲ।
ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਪਰ ਆਇਲਸ ਵਿੱਚ ਓਵਰਆਲ ਤਾਂ 6 ਆ ਗਏ, ਇੱਕ ਵਿੱਚ 5.5 ਬੈਂਡ ਕਰਕੇ ਡਰਦੇ ਹੋ, ਜਾਂ ਕੈਨੇਡਾ ਦਾ ਸਟੂਡੈਂਟ ਵੀਜ਼ਾ ਰਿਫਿਊਜ਼ ਕਰਵਾ ਬੈਠੇ ਹੋ, ਜਾਂ ਸਟੱਡੀ ਗੈਪ ਜ਼ਿਆਦਾ ਹੋਣ ਕਰਕੇ ਸੋਚਦੇ ਹੋ ਕਿ ਕਿਤੇ ਰਿਫਿਊਜ਼ਲ ਨਾ ਆ ਜਾਵੇ, ਤੇ ਅੱਜ ਹੀ ਪਿਰਾਮਿਡ ਈ ਸਰਵਿਸਿਜ਼ ਨੂੰ ਮਿਲੋ ਔਰ ਕੈਨੇਡਾ ਜਾਣ ਦੇ ਆਪਣੇ